ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਆਪਣਾ ਡਾਕਟਰ ਆਪ ਬਣੋ, ਲੜੀਵਾਰ ਨੰਬਰ 30, ਬੀ ਯੋਰ ਓਨ ਡਾਕਟਰ, ਐਪੀਸੋਡ ਨੰਬਰ 30। ਮੈਂ ਔਰ ਡਾਕਟਰ ਅਮਰ ਸਿੰਘ ਆਜ਼ਾਦ ਇੱਕ ਵਾਰ ਫੇਰ ਇੱਕ ਨਵੇਂ ਵਿਸ਼ੇ ਦੇ ਨਾਲ ਤੁਹਾਡੇ ਰੂਬਰੂ ਹੋਇਆ। ਅਤੇ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਕੁਦਰਤ ਦੇ ਬਹੁਤ ਨੇੜੇ ਹੋ ਕੇ ਅਸੀਂ ਲਿਆ ਹੈਗਾ। ਉਹਦੇ ਵਿੱਚ ਹਵਾ, ਪਾਣੀ, ਮਿੱਟੀ ਅਤੇ ਊਰਜਾ, ਇਹਨਾਂ ਸਾਰਿਆਂ ਨੂੰ ਅਸੀਂ ਇਲਾਜ ਦੀ ਪੱਧਤੀ ਵਜੋਂ ਕਿਸ ਤਰ੍ਹਾਂ ਵਰਤ ਸਕਦੇ ਹਾਂ। ਹਵਾ ਇੱਕ ਅਜਿਹੀ ਕੁਦਰਤ ਦੀ ਦੇਣ ਹੈ ਜਿਸ ਤੋਂ ਬਿਨਾਂ ਇਨਸਾਨ ਦੀ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਸੇ ਤਰ੍ਹਾਂ ਪਾਣੀ ਹੈ, ਇਸੇ ਤਰ੍ਹਾਂ ਮਿੱਟੀ ਹੈ ਅਤੇ ਇਸੇ ਤਰ੍ਹਾਂ ਊਰਜਾ ਹੈ। ਇਹ ਸਾਰੀਆਂ ਦੀਆਂ ਸਾਰੀਆਂ ਅਜਿਹੀਆਂ ਚੀਜ਼ਾਂ ਨੇ ਜਿਹੜੀਆਂ ਕਿ ਇਨਸਾਨ ਦੀ ਹੋਂਦ ਲਈ ਬਹੁਤ ਜ਼ਰੂਰੀ ਨੇ। ਕੀ ਸਿਰਫ ਇਹ ਕੁਝ ਜ਼ਰੂਰਤਾਂ ਪੂਰੀਆਂ ਕਰਦੀਆਂ ਨੇ ਜਾਂ ਫਿਰ ਇਸ ਨੂੰ ਇਲਾਜ ਦੀ ਪੱਧਤੀ ਵਜੋਂ ਵੀ ਵਰਤਿਆ ਜਾ ਸਕਦਾ? ਅਤੇ ਜੇ ਇਲਾਜ ਦੀ ਪੱਧਤੀ ਵਜੋਂ ਵਰਤਿਆ ਜਾ ਸਕਦਾ ਤਾਂ ਉਹ ਕਿਹੜੇ ਕਿਹੜੇ ਢੰਗ ਤਰੀਕੇ ਹੋਣਗੇ ਜਿਹਦੇ ਨਾਲ ਆਪਾਂ ਇਲਾਜ ਵਾਂਗੂ ਇਸ ਨੂੰ ਵਰਤ ਸਕਦੇ ਹਾਂ? ਮਸਲਨ ਕਿ ਹਵਾ, ਆਪਾਂ ਸਾਹ ਲੈਂਦੇ ਹਾਂ ਅਤੇ ਹਵਾ ਹੈਗੀ ਹੈ। ਜੇ ਆਪਾਂ ਗੱਲ ਕਰਦੇ ਹਾਂ ਤਾਂ ਆਵਾਜ਼ ਕਿਸੇ ਤੱਕ ਪਹੁੰਚਾਉਣ ਦਾ ਜ਼ਰੀਆ ਵੀ ਜਿਹੜਾ ਹਵਾ ਬਣਦੀ ਹੈ। ਕੀ ਇਸ ਨੂੰ ਇਲਾਜ ਵੱਲੋਂ ਵੀ ਯੂਜ਼ ਕੀਤਾ ਜਾ ਸਕਦਾ? ਮਸਲਨ ਸੂਰਜ ਜਿਹੜਾ ਸਾਨੂੰ ਲਾਈਟ ਦਿੰਦਾ, ਸੂਰਜ ਧਰਤੀ ਦੇ ਉੱਤੇ ਪੌਦੇ, ਬਨਸਪਤੀ ਜਿੰਨੀ ਵੀ ਹੈਗੀ ਉਹਦੇ ਵਾਸਤੇ ਜ਼ਰੂਰੀ ਹੈਗਾ। ਕੀ ਸੂਰਜ ਨੂੰ ਇਲਾਜ ਵਜੋਂ ਵੀ ਵਰਤਿਆ ਜਾ ਸਕਦਾ? ਇਸੇ ਤਰ੍ਹਾਂ ਮਿੱਟੀ ਹੈ, ਮਿੱਟੀ ਜਿਹੜੀ ਆ ਉਹ ਵੀ ਇਲਾਜ ਵਜੋਂ ਵਰਤੀ ਜਾ ਸਕਦੀ ਹੈ, ਅਤੇ ਊਰਜਾ ਹੈ ਕੀ ਉਸ ਨੂੰ ਇਲਾਜ ਵਜੋਂ ਵਰਤਿਆ ਜਾ ਸਕਦਾ? ਅੱਜ ਇਹ ਸਾਰੇ ਵਿਸ਼ਿਆਂ ਨੂੰ ਅਸੀਂ ਛੂਹਣ ਜਾ ਰਹੇ ਹਾਂ। ਇੱਕ ਇੱਕ ਕਰਕੇ ਅਸੀਂ ਫਿਰ ਇਸ ਨੂੰ ਅੱਗੇ ਚੱਲ ਕੇ ਇਲਾਜ ਕਿਹੜੀ ਪੱਧਤੀ, ਕਿਹੜੇ ਜਿਹੜੇ ਆ ਊਰਜਾ ਜਾਂ ਕਿਹੜੇ ਕੁਦਰਤੀ ਸੋਮਿਆਂ ਨੂੰ ਅਸੀਂ ਊਰਜਾ ਵਜੋਂ ਵਰਤ ਸਕਦੇ ਹਾਂ, ਆਪਾਂ ਡਾਕਟਰ ਅਮਰ ਸਿੰਘ ਆਜ਼ਾਦ ਤੋਂ ਜਾਣਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ 'ਤੇ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਡਾਕਟਰ ਸਾਹਿਬ, ਹਵਾ, ਪਾਣੀ, ਮਿੱਟੀ, ਊਰਜਾ, ਮੈਂ ਪਹਿਲਾਂ ਗੱਲ ਕੀਤੀ ਹੈ ਕਿ ਇਸ ਤੋਂ ਬਿਨਾਂ ਇਨਸਾਨੀ ਹੋਂਦ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਅਤੇ ਇਹ ਵੀ ਇੱਕ ਅਟੱਲ ਸੱਚਾਈ ਹੈ ਕਿ ਅਸੀਂ ਇਹਨਾਂ ਕੁਦਰਤੀ ਸੋਮਿਆਂ ਨੂੰ ਹੀ ਜਿਹੜਾ ਉਹ ਵੱਧ ਤੋਂ ਵੱਧ ਖਰਾਬ ਕਰਨ 'ਤੇ ਲੱਗੇ ਹੋਏ ਹਾਂ। ਅਤੇ ਇਹਨਾਂ ਦੀ ਖਰਾਬੀ ਕਾਰਨ ਹੀ ਇਨਸਾਨ ਦੇ ਵਿੱਚ ਜਿਹੜੀਆਂ ਬਿਮਾਰੀਆਂ ਆ ਰਹੀਆਂ ਨੇ, ਇਨਸਾਨ ਜਿਹੜੇ ਧਰਤੀ ਦੇ ਉੱਤੇ ਤਰਾਸਦੀਆਂ ਆ ਰਹੀਆਂ ਨੇ, ਉਹ ਇੱਕ ਵੱਡਾ ਕਾਰਨ ਉੱਭਰ ਕੇ ਸਾਹਮਣੇ ਆ ਰਿਹਾ। ਅਤੇ ਜਦੋਂ ਆਪਾਂ ਇਹਨੂੰ ਖਰਾਬ ਕਰਦੇ ਹਾਂ ਤਾਂ ਉਦੋਂ ਸਾਨੂੰ ਨੁਕਸਾਨ ਹੁੰਦਾ। ਕੀ ਅਸੀਂ ਊਰਜਾ, ਕੁਦਰਤੀ ਊਰਜਾ ਨੂੰ ਜਿਹੜਾ ਅਸੀਂ ਇਲਾਜ ਦੀ ਪੱਧਤੀ ਵਜੋਂ ਵੀ ਵਰਤ ਸਕਦੇ ਹਾਂ? ਕੁਲਵੰਤ ਜੀ, ਇਲਾਜ ਦੀ ਪੱਧਤੀ ਵੱਲੋਂ ਤਾਂ ਵਜੋਂ ਤਾਂ ਵਰਤ ਹੀ ਸਕਦੇ ਹਾਂ, ਕੋਈ ਦੋ ਰਾਏ ਨਹੀਂ। ਬਹੁਤ ਪੁਰਾਤਨ ਸਾਡੇ ਇਲਾਜ ਜਿਹੜੇ ਨੇ, ਚਾਹੇ ਉਹ ਯੋਗ ਵਿੱਦਿਆ ਹੈ, ਆਯੁਰਵੇਦ ਹੈ, ਨੈਚੁਰੋਪੈਥੀ ਹੈ, ਇਹ ਹਜ਼ਾਰਾਂ ਸਾਲ ਪੁਰਾਣੇ ਆ। ਔਰ ਇਹਦੇ 'ਚ ਔਨ ਰਿਕਾਰਡ ਹੈ ਸਾਰੇ ਜਿਹੜੀਆਂ ਸਾਡੇ ਰਿਸ਼ੀਆਂ ਮੁਨੀਆਂ ਤੋਂ ਲੈ ਕੇ ਮਾਡਰਨ ਜ਼ਮਾਨੇ ਤੱਕ ਦੀ ਸਾਇੰਸ ਜਿਹੜੀ ਹੈ ਇਸ ਗੱਲ ਦੀ ਗਵਾਹ ਹੈ ਹੁਣ ਕਿ ਇਹਨਾਂ ਦੇ ਰਾਹੀਂ ਇਲਾਜ ਬਹੁਤ ਵਧੀਆ ਹੁੰਦਾ। ਇਹਦੇ 'ਚ ਤਾਂ ਕੋਈ ਦੋ ਰਾਏ ਹੀ ਨਹੀਂ ਹੈ। ਉਹਦੀ ਆਪਾਂ ਗੱਲ ਕਰਾਂਗੇ। ਅੱਜ ਆਪਾਂ ਇਹ ਵਿਸ਼ਾ ਸ਼ੁਰੂ ਕੀਤਾ ਜਿਹੜਾ ਕਿ ਵਿਸ਼ਾ ਮੈਂ ਸਮਝਦਾ ਬਹੁਤ ਹੀ ਜ਼ਰੂਰੀ ਹੈ ਔਰ ਮੇਰੇ ਲਈ ਬਹੁਤ ਹੀ ਪ੍ਰਿਯ ਵਿਸ਼ਾ ਹੈ, ਕਿਉਂਕਿ ਇਹੀ ਸਭ ਤੋਂ ਸੌਖਾ ਤਰੀਕਾ ਅਤੇ ਸਭ ਤੋਂ ਕੁਦਰਤੀ ਤਰੀਕਾ ਹੈ ਕਿਸੇ ਬਿਮਾਰ ਵਿਅਕਤੀ ਨੂੰ ਬਿਮਾਰ ਹੋਣ ਤੋਂ ਰੋਕਣ ਲਈ, ਪਰਹੇਜ਼ ਦੇ ਤੌਰ 'ਤੇ, ਅਤੇ ਫਿਰ ਜੇ ਅਗਰ ਬਿਮਾਰ ਹੋ ਗਿਆ ਤਾਂ ਉਹਨੂੰ ਠੀਕ ਕਰਨ ਲਈ। ਤਾਂ ਇਹ ਜਿਹੜਾ ਵਿਸ਼ਾ ਹੈ, ਮੈਂ ਸਮਝਦਾ ਅੱਜ ਆਪਾਂ ਜਨਰਲ ਜੀ ਗੱਲ ਕਰਦੇ ਹਾਂ ਕਿ ਇਹਦੇ ਪਿੱਛੇ ਫਿਲਾਸਫੀ ਕੀ ਹੈ। ਕਿ ਨੇਚਰ ਕਿਉਰ ਜਿਹਨੂੰ ਅਸੀਂ ਕਹਿੰਦੇ ਹਾਂ, ਅਸੀਂ ਆਪਣਾ ਨਾਂ ਹੀ ਸੈਂਟਰ ਦਾ ਰੱਖਿਆ, ਨੇਚਰ ਕਿਉਰ ਸੈਂਟਰ। ਨੇਚਰ ਕਿਉਰ ਸੈਂਟਰ ਦੇ ਵਿੱਚ ਸਿਰਫ ਨੈਚੁਰੋਪੈਥੀ ਦੇ ਹਵਾ, ਪਾਣੀ, ਮਿੱਟੀ ਦੇ ਇਲਾਜ ਨਹੀਂ ਹੈ। ਉਹਦੇ ਅੰਦਰ ਹਰ ਚੀਜ਼ ਉਹ ਸ਼ਾਮਿਲ ਹੈ ਜਿਹਦੇ ਵਿੱਚ ਅਸੀਂ ਕੋਈ ਦਵਾਈ ਨਹੀਂ ਦੇਣੀ, ਕੋਈ ਸਰਜਰੀ ਨਹੀਂ ਕਰਨੀ। ਯਾਨੀ ਕਿ ਕੁਦਰਤੀ ਤਰੀਕੇ ਨੇ ਸਿਰਫ ਜਿਹੜੀਆਂ ਨੇ ਬੰਦੇ ਨੂੰ ਆਪਣਾ ਰਹਿਣ ਸਹਿਣ, ਆਪਣਾ ਵੇ ਆਫ ਲਾਈਫ, ਆਪਣਾ ਵੇ ਆਫ ਥਿੰਕਿੰਗ, ਅਤੇ ਤੁਹਾਡੇ ਦਿਮਾਗ ਦੇ ਅੰਦਰ ਜਿਹੜੀ ਥਾਟ ਪ੍ਰੋਸੈਸ ਹੈ ਉਹ ਕਿੱਦਾਂ ਚੱਲਦੀ ਹੈ ਅਤੇ ਕਿੱਦਾਂ ਤੁਸੀਂ ਉਹਨੂੰ ਬਿਮਾਰੀਆਂ ਦੀ ਰੋਕਥਾਮ ਲਈ ਅਤੇ ਬਿਮਾਰੀਆਂ ਨੂੰ ਇਲਾਜ ਕਰਨ ਲਈ ਵਰਤਣਾ। ਬਹੁਤ ਹੀ ਗਹਿਰਾ ਵਿਸ਼ਾ ਹੈ। ਇਹਨੂੰ ਕੋਸ਼ਿਸ਼ ਕਰਾਂਗੇ ਕਿ ਇੰਨਾ ਸਿੰਪਲ ਢੰਗ ਨਾਲ ਰੱਖੀਏ ਆਪਾਂ ਸਰੋਤਿਆਂ ਦੇ ਸਾਹਮਣੇ ਕਿ ਉਹ ਵੀ ਸਿੱਖ ਸਕਣ। ਕਿਉਂਕਿ ਜੇ ਆਪਾਂ ਨੂੰ ਬਹੁਤ ਭੜਕਾਊ ਢੰਗ ਨਾਲ ਜਾਂ ਬਹੁਤ ਕੰਪਲੀਕੇਟਡ ਢੰਗ ਨਾਲ ਰੱਖਾਂਗੇ ਤਾਂ ਉਹ ਸ਼ਾਇਦ ਉਹਦੇ ਤੋਂ ਉਹਨਾਂ ਲਾਭ ਨਾ ਉਠਾ ਸਕਣ। ਕਿਉਂਕਿ ਇਸ ਵਿਚਾਰ ਨੂੰ ਜਿਹੜਾ ਹੈ ਜਨ ਤੱਕ ਲੈ ਕੇ ਜਾਣਾ ਬੇਹੱਦ ਜ਼ਰੂਰੀ ਹੈ। ਕੋਈ ਇੱਕ ਵਿਅਕਤੀ ਅਗਰ ਬਹੁਤ ਵੱਡਾ ਐਕਸਪਰਟ ਹੋ ਜਾਏਗਾ ਇਹਦੀ ਹੀਲਿੰਗ ਦਾ, ਕੁਆਂਟਮ ਹੀਲਿੰਗ, ਇਹਨੂੰ ਕੁਆਂਟਮ ਹੀਲਿੰਗ ਕਹਿੰਦੇ ਆ, ਕੁਆਂਟਮ ਹੀਲਿੰਗ ਦਾ, ਤਾਂ ਉਹਦਾ ਕੋਈ ਬਹੁਤਾ ਫਾਇਦਾ ਨਹੀਂ ਹੋਣਾ ਕਿਉਂਕਿ ਉਹ ਬੰਦੇ ਦੀ ਪਹੁੰਚ ਕਿੰਨੇ ਕੁ ਵਿਅਕਤੀਆਂ ਤੱਕ ਹੋ ਜਾਏਗੀ। ਸੋ ਅੱਜ ਲੋੜ ਬਹੁਤ ਜ਼ਿਆਦਾ ਹੈ। ਬਿਮਾਰੀਆਂ ਇੱਕ ਮਹਾਂਮਾਰੀ ਦੀ ਸ਼ਕਲ ਲੈ ਚੁੱਕੀਆਂ ਨੇ।
ਮਨੁੱਖ ਦੀ ਜਿਹੜੀ ਬਿਮਾਰੀਆਂ ਨਾਲ ਜਿਹੜੀ ਤੜਫਣਾ ਹੈ ਉਹ ਬਹੁਤ ਵਧੀ ਹੋਈ ਹੈ ਪੂਰੀ ਮਨੁੱਖਤਾ ਦੀ। ਤਾਂ ਉਹਦੇ 'ਚ ਲੋੜ ਹੈ ਕਿ ਆਪਾਂ ਇਹਨਾਂ ਗੱਲਾਂ ਨੂੰ ਬਹੁਤ ਸਧਾਰਨ ਢੰਗ ਨਾਲ ਪੇਸ਼ ਕਰੀਏ। ਅਸੀਂ ਖੁਸ਼ਕਿਸਮਤ ਹਾਂ ਕਿ ਤੁਹਾਡੇ ਵਰਗੇ ਬੰਦੇ ਜਿਹੜੇ ਨੇ ਇੰਨੇ ਕਮਿਟਡ ਢੰਗ ਦੇ ਨਾਲ, ਇੰਨੀ ਲਗਨ ਦੇ ਨਾਲ ਇਹਨਾਂ ਵਿਸ਼ਿਆਂ ਨੂੰ ਲੋਕਾਂ ਤੱਕ ਪਹੁੰਚਾ ਰਹੇ ਹੈ, ਜਿਹੜਾ ਕਿ ਅੱਜ ਤੋਂ 15-20 ਸਾਲ ਜਾਂ 30 ਸਾਲ ਪਹਿਲਾਂ ਸੰਭਵ ਨਹੀਂ ਸੀਗਾ ਕਿ ਤੁਸੀਂ ਗੱਲ ਕਰੋ ਅਤੇ ਤੁਹਾਡੀ ਗੱਲ ਹਜ਼ਾਰਾਂ ਲੋਕਾਂ ਤੱਕ ਪਹੁੰਚ ਜਾਵੇ। ਅੱਜ ਇਹ ਸੰਭਵ ਹੈ ਤਾਂ ਉਹਦਾ ਫਾਇਦਾ ਸਾਨੂੰ ਉਠਾਉਣਾ ਚਾਹੀਦਾ ਕਿ ਆਪਾਂ ਗੱਲਾਂ ਨੂੰ ਬਹੁਤ ਹੀ ਸਿੰਪਲ ਜਿਹੇ ਢੰਗ ਨਾਲ, ਸਾਡੀ ਜ਼ਿੰਮੇਵਾਰੀ ਬਣਦੀ ਹੈ ਜਿਹੜੇ ਲੋਕ ਅਸੀਂ ਇਹਨੂੰ ਸਮਝ ਪਾ ਰਹੇ ਹਾਂ ਕਿ ਅਸੀਂ ਇੰਨੇ ਸਿੰਪਲ ਢੰਗ ਨਾਲ ਲੈ ਕੇ ਜਾਈਏ ਕਿ ਆਮ ਵਿਅਕਤੀ ਦੀ ਸਮਝ 'ਚ ਆਵੇ। ਤਾਂ ਅੱਜ ਆਪਾਂ ਜਨਰਲ ਫਲਸਫੇ ਦੀ ਗੱਲ ਕਰਦੇ ਹਾਂ ਕਿ ਇਹ ਜਿਹੜੀ ਐਨਰਜੀ ਦੀ ਹੀਲਿੰਗ ਦਾ ਮਤਲਬ ਕੀ ਹੈ। ਸੋ ਇਹ ਹੈ ਕੁਆਂਟਮ ਹੀਲਿੰਗ। ਕੁਆਂਟਮ ਦਾ ਮਤਲਬ ਹੁੰਦਾ, ਕੁਆਂਟਮ ਹੁੰਦਾ ਪੈਕਟ ਆਫ ਐਨਰਜੀ, ਪਦਾਰਥ ਅਤੇ ਐਨਰਜੀ ਦੋ ਤਰ੍ਹਾਂ ਦੀ ਐਗਜ਼ਿਸਟੈਂਸ ਹੈ। ਐਗਜ਼ਿਸਟੈਂਸ ਦੋ ਤਰ੍ਹਾਂ ਦੀ ਹੈ। ਜੋ ਹੋਂਦ ਹੈ ਐਗਜ਼ਿਸਟੈਂਸ ਹੈ, ਟਰੂਥ ਹੈ, ਇਹ ਦੋ ਸ਼ਕਲਾਂ 'ਚ ਐਗਜ਼ਿਸਟ ਕਰਦੀ ਹੈ, ਇੱਕ ਪਦਾਰਥ ਦੀ ਸ਼ਕਲ 'ਚ ਅਤੇ ਇੱਕ ਊਰਜਾ ਦੀ ਸ਼ਕਲ 'ਚ। ਫਰਕ ਕੀ ਹੈ? ਪਦਾਰਥ ਦਾ ਜਿਹੜਾ ਕਣ ਹੈ ਉਹ ਰੁਕ ਜਾਂਦਾ, ਕਣ ਦੀ ਸ਼ਕਲ 'ਚ ਆਓ, ਅਤੇ ਕਣ ਦੀ ਸ਼ਕਲ ਜਦੋਂ ਆ ਜਾਂਦਾ ਤਾਂ ਪਦਾਰਥ ਨੂੰ ਤੁਸੀਂ ਮਾਈਕਰੋਸਕੋਪ ਰਾਹੀਂ ਜਾਂ ਨੰਗੀ ਅੱਖ ਨਾਲ ਦੇਖ ਸਕਦੇ ਹੋ। ਲੇਕਿਨ ਜਿੰਨਾ ਚਿਰ ਊਰਜਾ ਹੈ ਤਾਂ ਉਹ ਦਿਖ ਨਹੀਂ ਸਕਦੀ, ਕਿਉਂਕਿ ਊਰਜਾ ਦਿਖਣ ਵਾਸਤੇ ਤੁਹਾਡੀ ਅੱਖ ਦੇ ਸਾਹਮਣੇ ਕੋਈ ਚੀਜ਼ 1/16 ਸਕਿੰਟ ਘੱਟੋ ਘੱਟ ਰੁਕੇ ਤਾਂ ਦਿਖਦੀ ਹੈ ਸਾਨੂੰ। ਉਹ ਜਿਹੜੀ ਚੀਜ਼ 1/16 ਸਕਿੰਟ ਤੋਂ ਘੱਟ 'ਚ ਤੁਹਾਡੇ ਅੱਗੇ ਲੰਘ ਗਈ ਉਹ ਤੁਹਾਨੂੰ ਨਹੀਂ ਦਿਖੇਗੀ। ਸੋ ਊਰਜਾ ਦੀ ਇਹ ਪ੍ਰੋਬਲਮ ਹੈ ਕਿ ਇੰਨੀ ਕੁਇਕਲੀ ਮੂਵ ਕਰ ਜਾਂਦੀ ਹੈ ਤੁਹਾਡੀਆਂ ਅੱਖਾਂ ਤੋਂ ਸਾਹਮਣੇ ਤੋਂ ਕਿ ਤੁਸੀਂ ਉਹਨੂੰ ਦੇਖ ਨਹੀਂ ਸਕਦੇ। ਸੋ ਊਰਜਾ ਉਹ ਚੀਜ਼ ਹੈ ਜਿਹੜੀ ਹੈਗੀ ਹੈ, ਉਹਨੂੰ ਤੁਸੀਂ ਮਹਿਸੂਸ ਕਰ ਸਕਦੇ ਹੋ, ਲੇਕਿਨ ਤੁਸੀਂ ਉਹਨੂੰ ਪਕੜ ਨਹੀਂ ਸਕਦੇ, ਦੇਖ ਨਹੀਂ ਸਕਦੇ। ਸੂਰਜ ਦੀ ਧੁੱਪ ਹੈ ਜਿੱਦਾਂ, ਉਹ ਧੁੱਪ ਦੇ ਵਿੱਚ ਅਸੀਂ ਚੀਜ਼ਾਂ ਚਮਕਦੀਆਂ ਤਾਂ ਦੇਖ ਸਕਦੇ ਹਾਂ ਕਿ ਧੁੱਪ ਜਿਹੜੀ ਚੀਜ਼ 'ਤੇ ਪੈਂਦੀ ਹੈ ਉਹਨੂੰ ਚਮਕਾ ਦਿੰਦੀ ਹੈ ਅਤੇ ਗਰਮਾ ਦਿੰਦੀ ਹੈ, ਲੇਕਿਨ ਧੁੱਪ ਨੂੰ ਤਾਂ ਨਹੀਂ ਦੇਖ ਸਕਦੇ ਅਸੀਂ। ਧੁੱਪ ਤਾਂ ਜੇ ਤੁਸੀਂ ਚਲੇ ਜਾਓ ਬ੍ਰਹਿਮੰਡ ਦੇ ਅੰਦਰ ਤਾਂ ਬ੍ਰਹਿਮੰਡ ਤਾਂ ਸਾਰਾ ਕਾਲਾ। ਜੇ ਤੁਹਾਨੂੰ ਕੋਈ ਪੁੱਛੇ ਕਿਹੜਾ ਕਾਸਮੋਸ ਹੈ, ਬ੍ਰਹਿਮੰਡ ਹੈ, ਉਹਦਾ ਰੰਗ ਕੀ ਹੈ, ਤਾਂ ਉਹ ਟੋਟਲੀ ਬਲੈਕ, ਹਨੇਰਾ ਉੱਥੇ ਨਹੀਂ ਦਿਖਦਾ ਕੁਛ, ਮਤਲਬ ਹੀ ਨਹੀਂ ਕੋਈ। ਸਿਰਫ ਧੁੱਪ ਦੀ, ਇਹਦਾ ਮਤਲਬ ਹੈ ਕਿ ਸੂਰਜ ਦੀ ਰੋਸ਼ਨੀ ਸਿਰਫ ਉਦੋਂ ਚੀਜ਼ਾਂ ਨੂੰ ਵਿਜ਼ੀਬਲ ਕਰਦੀ ਹੈ ਜਦੋਂ ਉਹ ਕਿਸੇ ਚੀਜ਼ ਦੇ ਉੱਪਰ ਪੈਂਦੀ ਹੈ। ਜਿਹੜੇ ਤੁਹਾਡੇ ਜੇ ਮਤਲਬ ਤੁਸੀਂ ਸਪੇਸਸ਼ਿਪ 'ਤੇ ਗਏ ਹੋ ਤਾਂ ਸਪੇਸਸ਼ਿਪ ਦੇ ਉੱਪਰ ਸੂਰਜ ਦੀ ਰੋਸ਼ਨੀ ਗਿਰ ਰਹੀ ਹੈ ਤਾਂ ਸਪੇਸਸ਼ਿਪ ਜ਼ਰੂਰ ਦਿਖੇਗਾ, ਲੇਕਿਨ ਆਸੇ ਪਾਸੇ ਜਿਹੜੀ ਸਾਰਾ ਕੁਝ ਉਹਨੂੰ ਬਲੈਕ ਦਿਖੇਗਾ, ਕਾਲਾ ਦਿਖੇਗਾ, ਕਿਉਂਕਿ ਉੱਥੇ ਕੋਈ ਰੋਸ਼ਨੀ ਨਹੀਂ ਹੈ। ਤਾਂ ਸੂਰਜ ਦੀ ਰੋਸ਼ਨੀ ਦਿਖਦੀ ਨਹੀਂ ਹੈ, ਉਹ ਚੀਜ਼ਾਂ ਨੂੰ ਦਿਖਣ ਲਾ ਦਿੰਦੀ ਹੈ। ਤਾਂ ਦੇਖੋ ਕਿਆ ਸੁੰਦਰ ਉਹਦਾ ਰੂਪ ਹੈ ਸੂਰਜ ਦਾ। ਸੂਰਜ ਹਾਲਾਂਕਿ ਦਿਖ ਰਿਹਾ ਹੈ, ਲੇਕਿਨ ਸੂਰਜ ਦੀ ਰੋਸ਼ਨੀ ਨਹੀਂ ਦਿਖਦੀ। ਸੂਰਜ ਦਿਖ ਰਿਹਾ ਕਿਉਂਕਿ ਉਹ ਪਦਾਰਥ ਅਤੇ ਊਰਜਾ ਦਾ ਸੁਮੇਲ ਹੈ, ਉੱਥੇ ਪਦਾਰਥ ਵੀ ਹੈਗਾ, ਸੂਰਜਾ ਵੀ। ਲੇਕਿਨ ਜਿਹੜੀ ਊਰਜਾ ਟਰਾਂਸਮਿਟ ਹੋ ਰਹੀ ਹੈ ਉੱਥੋਂ, ਉਹ ਪਿਓਰ ਊਰਜਾ ਹੈ, ਉਹ ਪਦਾਰਥ ਨਹੀਂ ਹੈ, ਤਾਂ ਉਹ ਫਿਰ ਦਿਖਦੀ ਨਹੀਂ ਹੈ। ਤਾਂ ਇੱਦਾਂ ਹੀ ਹੈ ਊਰਜਾ ਅਤੇ ਪਦਾਰਥ ਦਾ ਫਰਕ ਹੈ। ਹੁਣ ਉਸ ਤੋਂ ਅਗਲੀ ਆਪਾਂ ਗੱਲ ਕਰੀਏ ਕਿ ਆਪਾਂ ਜੇ ਇੱਥੋਂ ਗੱਲ ਸ਼ੁਰੂ ਕਰੀਏ ਕਿ ਅਸੀਂ ਮਨੁੱਖਤਾ ਦੀਆਂ ਜਿਹੜੀਆਂ ਦੁੱਖ ਤਕਲੀਫਾਂ ਨੇ ਅਤੇ ਮਨੁੱਖਤਾ ਦੀਆਂ ਜਿਹੜੀਆਂ ਬਿਮਾਰੀਆਂ ਨੇ, ਇੱਕ ਬਹੁਤ ਵੱਡੇ ਝੂਠ 'ਚੋਂ ਨਿਕਲਦੀਆਂ ਨੇ, ਜਿਸ ਝੂਠ ਨੂੰ ਅਸੀਂ ਕਹਿੰਦੇ ਹਾਂ ਕਿ ਅਸੀਂ ਮੈਂ 'ਤੇ ਸਥਿਤ ਹਾਂ। ਆਈਨੈਸ ਮਨੁੱਖ ਲਈ ਇੱਕ ਸਭ ਤੋਂ ਵੱਡਾ ਝੂਠ ਹੈ, ਜਿਹਦੇ 'ਚ ਉਹਨੇ ਆਪਣੇ ਆਪ ਨੂੰ, ਜਿਹਨੂੰ ਕਹਿੰਦੇ ਸੈਲਫ ਕ੍ਰੀਏਟਡ ਇੱਕ ਜੰਗਲਾ ਬਣਾ ਲਿਆ, ਆਪਣੇ ਆਲੇ ਦੁਆਲੇ ਕੈਦ ਕਰ ਲਿਆ ਕਿ ਜਿਵੇਂ ਮੈਂ ਕੁਛ ਅਲੱਗ ਹਾਂ। ਤੁਸੀਂ ਦੇਖੋਗੇ ਹਰ ਵਿਅਕਤੀ ਜਦੋਂ ਗੱਲ ਕਰੇਗਾ ਤਾਂ ਮੈਂ ਕਰਕੇ ਕਰੇਗਾ, ਜਿਵੇਂ ਉਹਦਾ ਕੋਈ ਬਾਕੀਆਂ ਨਾਲ ਕੋਈ ਰਿਲੇਸ਼ਨਸ਼ਿਪ ਨਹੀਂ ਹੁੰਦਾ। ਮੇਰਾ ਵਿਚਾਰ, ਇਹਨੂੰ ਵਿਚਾਰਾਂ ਨੂੰ ਵੀ ਕਹੇਗਾ ਮੇਰਾ ਵਿਚਾਰ, ਹਾਲਾਂਕਿ ਉਹਨੂੰ ਪੁੱਛੇ ਵੀ ਤੇਰਾ ਵਿਚਾਰ ਹੈ, ਤੇਰਾ ਵਿਚਾਰ ਨਾਂ ਦੀ ਕੋਈ ਚੀਜ਼ ਕਿਸੇ ਦੀ ਨਹੀਂ ਹੁੰਦੀ। ਵਿਚਾਰ ਤਾਂ ਸਾਂਝੇ ਹੁੰਦੇ ਆ, ਵਿਚਾਰ ਤਾਂ ਪਰਮਾਤਮਾ ਦੇ ਆ, ਸਾਂਝੇ ਆ, ਕੁਦਰਤ ਦੇ ਆ। ਤੁਹਾਡਾ ਕੋਈ ਵਿਚਾਰ ਨਹੀਂ ਤਾਂ ਤੁਸੀਂ ਅੱਗੇ ਦੇ ਅੱਗੇ ਉਹਨਾਂ ਵਿਚਾਰਾਂ ਨੂੰ ਕਹਿ ਕੇ ਆਪਣੇ ਢੰਗ ਨਾਲ ਕਹੀ ਜਾਂਦੇ ਹੋ। ਬਹੁਤ ਸਾਰੀ ਚੀਜ਼ਾਂ ਉਪਨਿਸ਼ਦਾਂ 'ਚ ਕਹੀਆਂ ਗਈਆਂ, ਗੁਰੂ ਸਾਹਿਬ ਨੇ ਆਪਣੇ ਢੰਗ ਨਾਲ ਉਹਨੂੰ ਗੁਰਬਾਣੀ 'ਚ ਕਿਹਾ। ਜੇ ਤੁਸੀਂ ਗੁਰਬਾਣੀ ਪੜ੍ਹਦੇ ਹੋ ਅਤੇ ਉਪਨਿਸ਼ਦ ਪੜ੍ਹਦੇ ਹੋ ਤਾਂ ਤੁਹਾਨੂੰ ਲੱਗਦਾ ਕਿ ਉਪਨਿਸ਼ਦ ਨੇ ਵੀ ਗੱਲ ਕਹੀ ਸੀ, ਲੇਕਿਨ ਡਿਫਰੈਂਟ ਢੰਗ ਨਾਲ ਕਹੀ ਸੀ। ਇਹਦਾ ਮਤਲਬ ਗੁਰੂ ਸਾਹਿਬ ਨੇ ਵਿਚਾਰ ਕੋਈ ਨਵਾਂ ਕ੍ਰੀਏਟ ਨਹੀਂ ਕੀਤਾ, ਉਸ ਵਿਚਾਰ ਦੀ ਪਵਿੱਤਰਤਾ ਨੂੰ ਸਮਝ ਕੇ, ਉਸ ਵਿਚਾਰ ਦੀ ਮਹੱਤਤਾ ਨੂੰ ਸਮਝ ਕੇ ਸਾਨੂੰ ਸਮਝਾਉਣ ਲਈ ਇੱਕ ਭਾਸ਼ਾ ਅਲੱਗ ਵਰਤੀ, ਜਿਹੜੀ ਕਿ ਸਾਨੂੰ ਸਮਝ ਆ ਜਾਵੇ। ਉਪਨਿਸ਼ਦ ਸਮਝ ਨਹੀਂ ਸੀ ਆਉਂਦੇ ਕਿਉਂਕਿ ਸੰਸਕ੍ਰਿਤ ਸੀਗੇ, ਉਹ ਲੋਕਾਂ ਨੂੰ ਸਮਝ ਨਹੀਂ ਸੀ ਆਉਂਦੇ। ਤਾਂ ਗੁਰੂ ਸਾਹਿਬ ਨੇ ਉਹਨਾਂ ਵਿਚਾਰਾਂ ਨੂੰ ਫੜ ਕੇ, ਉਹਨਾਂ ਵਿਚਾਰਾਂ ਨੂੰ ਸਿੰਪਲੀਫਾਈ ਕਰਕੇ, ਲੋਕ ਭਾਸ਼ਾ 'ਚ ਕਰਕੇ, ਆਪਣੇ ਨਾਲ ਜੋੜ ਕੇ ਕਰਤਾ। ਅਤੇ ਇਸ ਤਰ੍ਹਾਂ ਜਿਹੜੀ ਮੈਂ ਹੁੰਦੀ ਹੈ, ਇਹ ਬਹੁਤ ਵੱਡਾ ਇੱਕ ਪਿੰਜਰਾ ਹੈ, ਅਤੇ ਇੱਥੋਂ ਬਹੁਤ ਸਾਰੇ ਜਿਹੜੇ ਔਗਣ ਵੀ ਨਿਕਲਦੇ ਆ, ਉਹ ਚਾਹੇ ਸਮਾਜ ਦੇ ਔਗਣ ਨੇ, ਚਾਹੇ ਉਹ ਪੋਲੀਟਿਕਸ ਦੇ ਔਗਣ ਨੇ, ਚਾਹੇ ਉਹ ਤੁਹਾਡਾ ਬਿਮਾਰੀਆਂ ਨੇ। ਬਿਮਾਰੀਆਂ ਵੀ ਬਹੁਤ ਹੀ ਇੱਥੋਂ ਨਿਕਲਦੀਆਂ ਨੇ ਜਿਹੜੀਆਂ ਕਿ ਮੈਂ 'ਤੇ ਹੈ।
ਉਹਨੂੰ ਜੇ ਹੀਲ ਕਰਨਾ ਹੋਵੇ ਤਾਂ ਉਸ ਮੈਂ ਦੇ ਪਿੰਜਰੇ 'ਚੋਂ ਨਿਕਲ ਕੇ ਵੀਨਸ ਦੇ ਖੁੱਲ੍ਹੇ ਅਸਮਾਨ 'ਚ ਜਾਣ ਦੀ ਲੋੜ ਹੈ। ਜਦੋਂ ਅਸੀਂ ਵੀਨਸ ਦੇ ਖੁੱਲ੍ਹੇ ਅਸਮਾਨ 'ਚ ਜਾਵਾਂਗੇ ਅਤੇ ਜਦੋਂ ਸਾਨੂੰ ਪਤਾ ਲੱਗੇਗਾ ਕਿ ਮੇਰਾ ਸਰੀਰ ਜਿਹਨੂੰ ਮੈਂ ਕਹਿ ਰਿਹਾ, ਉਹ ਸਰੀਰ ਕਾਹਦਾ ਬਣਿਆ ਹੋਇਆ? ਉਹ ਬਣਿਆ ਹੋਇਆ 5 ਤੱਤਾਂ ਦਾ। 5 ਤੱਤਾਂ 'ਚੋਂ ਕਿਹੜੇ ਤਿੰਨ ਤੱਤ ਨੇ? ਉਹ ਸਾਡੀ ਪਕੜ 'ਚ ਨੇ, ਹਵਾ, ਪਾਣੀ ਅਤੇ ਮਿੱਟੀ। 2 ਸਾਡੀ ਪਕੜ 'ਚ ਨਹੀਂ ਹੈ, ਸਾਡੇ ਆਊਟ ਆਫ ਕੰਟਰੋਲ ਨੇ, ਆਕਾਸ਼ ਅਤੇ ਊਰਜਾ। ਹੁਣ ਆਕਾਸ਼ ਅਤੇ ਊਰਜਾ ਤਾਂ ਬਹੁਤ ਖੁੱਲ੍ਹੇ ਨੇ, ਐਂਡਲੈਸ ਆਕਾਸ਼ ਹੈ। ਜਿਹੜਾ ਤੁਹਾਨੂੰ ਆਕਾਸ਼ ਆਲੇ ਦੁਆਲੇ ਖਾਲੀ ਥਾਂ ਦਿਖਦੀ ਹੈ, ਜਿਹੜੀ ਬਲੂਨੈਸ ਦਿਖਦੀ ਹੈ, ਨੀਲਾਪਣ ਹੈ। ਨੀਲਾਪਣ ਵੀ ਕੁਛ ਹੈ ਨਹੀਂ। ਨੀਲਾਪਣ ਤਾਂ ਜਦੋਂ ਉਹ ਤੈਅ ਹੈ ਜਿਹੜੀ ਸਾਰੀ ਹਵਾ ਦੀ, ਉਹਦੇ 'ਚ ਜਦੋਂ ਸਾਡੀ ਨਿਗਾਹ ਲੰਘਦੀ ਹੈ ਤਾਂ ਉਹ ਬਲੂਨੈਸ ਤੁਹਾਨੂੰ ਦਿਖਦੀ, ਲੇਕਿਨ ਬਲੂਨੈਸ ਜਾਂਦੀ, ਆਕਾਸ਼ ਨਾਂ ਦੀ ਕੋਈ ਚੀਜ਼ ਹੈ ਨਹੀਂ ਗੀ। ਆਪਾਂ ਕਹੀਏ ਹਾਂ ਖਲਾ ਹੈ, ਬਸ ਖਾਲੀਪਨ ਹੈ। ਜਿਹੜਾ ਬਲੂਨੈਸ ਹੈ ਉਹ ਸਾਡੀ ਨਿਗਾਹ ਦਾ ਧੋਖਾ ਹੈ ਕਿ ਆਪਾਂ ਨੀਲਾ ਅਸਮਾਨ ਕੋਈ ਚੀਜ਼ ਕਿਸੇ ਚੀਜ਼ ਦਾ ਬਣਿਆ ਹੋਇਆ ਥੋੜ੍ਹਾ ਹੀ ਹੈ ਕੋਈ ਵੀ ਉਹ ਨੀਲਾ, ਐਸਾ ਕੁਛ ਨਹੀਂ ਹੈ। ਉਹਦੀ ਪੂਰੀ ਖਾਲੀਪਨ ਦੀ ਜਿਹੜੀ ਪੂਰੀ ਤੈਅ ਹੈ, ਜਿਹਦੇ ਵਿੱਚ ਹਵਾ ਵੀ ਹੈ, ਫਿਰ ਉਹਦੇ 'ਚ ਹਵਾ ਨਹੀਂ ਵੀ ਹੈ ਅੱਗੇ ਜਾ ਕੇ, ਜੇ ਬਹੁਤ ਪਤਲੀ ਹਵਾ, ਉਹ ਸਾਰੇ ਦੀ ਰਲਾ ਕੇ ਇੱਕ ਜਿਹੜਾ ਸਾਡੇ ਅੱਖਾਂ ਦੇ ਉੱਪਰ ਪ੍ਰਭਾਵ ਪੈਂਦਾ, ਉਹ ਨੀਲੇਪਣ ਦਾ ਪੈਂਦਾ। ਇਸ ਤਰ੍ਹਾਂ ਸਮੁੰਦਰ ਵੀ ਨੀਲਾ ਨੇ। ਸਮੁੰਦਰ ਤਾਂ ਚਲੋ ਪਾਣੀ ਹੈਗਾ ਹੈ ਨਾ, ਉਹ ਪਾਣੀ ਦਿਖ ਰਿਹਾ ਸਾਨੂੰ, ਲੇਕਿਨ ਉਹਦੇ 'ਚ ਵੀ ਨੀਲਾ ਨਾਂ ਦੀ ਕੋਈ ਚੀਜ਼ ਨਹੀਂ ਹੈ। ਉਹ ਪਾਣੀ ਤਾਂ ਜੇ ਤੁਸੀਂ ਪਾਣੀ ਨੂੰ ਹੱਥ 'ਚ ਲਾਓਗੇ ਤਾਂ ਨੀਲਾ ਨਹੀਂ ਹੈ, ਉਹ ਕਲਰਲੈਸ ਹੈ, ਉਹ ਕਲਰਲੈਸ ਹੈ। ਤਾਂ ਇਸੇ ਤਰ੍ਹਾਂ ਜਿਹੜਾ ਇਹਦਾ ਜਨਰਲ ਪ੍ਰਭਾਵ ਨੀਲੇਪਨ ਦਾ ਉਹ ਜਿਹੜਾ ਆਪਾਂ ਨੂੰ ਜਾਂਦਾ ਹੈ, ਉਹ ਕਿਤੇ ਨਾ ਕਿਤੇ ਉਹ ਖਾਲੀਪਨ ਹੈ। ਤਾਂ ਉਹ ਜਿਹੜਾ ਖਾਲੀਪਨ ਹੈ ਉਹ ਕੀ ਹੈ? ਆਕਾਸ਼ ਹੈ। ਆਕਾਸ਼ ਜਿਹੜਾ ਹੈ ਉਹ ਊਰਜਾ ਦਾ ਭਰਿਆ ਹੋਇਆ ਆਕਾਸ਼ ਹੈ। ਸੋ ਊਰਜਾ ਦਾ ਭਰਿਆ ਹੋਇਆ ਆਕਾਸ਼ 2 ਤੱਤ ਹੋ ਗਏ, ਊਰਜਾ ਅਤੇ ਆਕਾਸ਼, ਅਤੇ 3 ਹੋ ਗਏ ਪਾਣੀ, ਮਿੱਟੀ ਅਤੇ ਜਿਹੜੀ ਹੈ ਹਵਾ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਗੁਰੂ ਸਾਹਿਬ ਨੇ ਉਹਨਾਂ ਤਿੰਨਾਂ ਨੂੰ ਬਹੁਤ ਪਵਿੱਤਰ ਦਰਜਾ ਦੇ ਦਿੱਤਾ। 3 ਉਹਨਾਂ ਤੱਤਾਂ ਨੂੰ ਜਿਹੜੇ ਸਾਡੀ ਪਕੜ 'ਚ ਨੇ, ਉਹ 3 ਹੀ ਨੇ। 5 ਆਪਾਂ ਹੀ ਕਹੀ ਜਾਂਦੇ ਹਾਂ, ਪਰ ਸਾਡੀ ਪਕੜ 'ਚ 3 ਤੱਤ ਨੇ, ਹਵਾ, ਪਾਣੀ ਅਤੇ ਮਿੱਟੀ। ਹੁਣ ਅਸੀਂ ਜਦੋਂ ਮੈਂ ਕਹਿ ਰਿਹਾ ਤਾਂ ਮੈਂ ਇਹ ਭੁੱਲ ਜਾਂਦਾ ਕਿ ਮੈਂ ਹਵਾ, ਪਾਣੀ, ਮਿੱਟੀ ਦਾ ਹਿੱਸਾ। ਮੇਰੇ ਅੰਦਰ ਜਿਹੜੀ ਹਵਾ, ਪਾਣੀ, ਮਿੱਟੀ ਹੈ ਅਤੇ ਬਾਹਰ ਵਾਲੀ ਹਵਾ, ਪਾਣੀ, ਮਿੱਟੀ ਹੈ, ਉਹਦਾ ਅੰਦਰ ਤਾਂ ਵਨਨੈਸ ਹੈ। ਮੇਰੇ ਅੰਦਰਲੇ ਹਵਾ, ਪਾਣੀ, ਮਿੱਟੀ ਬਾਹਰ ਚਲੇ ਜਾਂਦੇ ਆ, ਬਾਹਰਲੇ ਅੰਦਰ ਆ ਜਾਂਦੇ ਆ, ਫਿਰ ਹਰ ਪਲ ਬਦਲ ਰਹੇ ਹੋ। ਮੈਂ ਕਿੰਨੇ ਆਪਾਂ ਬੈਠੇ 1 ਮਿੰਟ 'ਚ 18 ਵਾਰੀ ਸਾਹ ਲੈ ਰਹੇ ਹਾਂ। ਤੁਸੀਂ ਸੋਚੋ, ਆਪਾਂ ਸੋਚਦੇ ਨਹੀਂ ਹਾਂ, ਮੈਂ ਕਰੀ ਜਾਂਦੇ ਹਾਂ। ਉਹ ਜੇ ਤੁਹਾਡਾ ਨੱਕ ਮੂੰਹ ਬੰਦ ਕਰਤਾ ਉਹ ਤੁਹਾਡੀ ਮੈਂ ਖਤਮ ਹੈ। ਜੇ ਤੁਹਾਡੇ ਅੰਦਰ ਸਾਹ ਜਾਣਾ ਬੰਦ ਹੋ ਜਾਏ ਤਾਂ ਤੁਹਾਡੀ ਮੈਂ ਖਤਮ ਹੈ, ਮੈਂ ਗਈ। ਤਾਂ ਇਹ ਜਿਹੜੀ ਮੈਂ ਹੈ, ਇਹ ਕਿਤੇ ਨਾ ਕਿਤੇ ਸਾਨੂੰ ਗਲਤ ਰਸਤੇ ਲੈ ਕੇ ਜਾਂਦੀ ਹੈ। ਉਸ ਮੈਂ 'ਚ ਫਸ ਕੇ ਪਿਛਲੇ 60, 70 ਸਾਲ, 100 ਸਾਲ 'ਚ ਅਸੀਂ ਜੋ ਤਬਾਹੀ ਕੀਤੀ ਹੈ, ਉਹ ਕਿੱਥੋਂ ਨਿਕਲੀ ਹੈ ਕਿ ਮੈਂ ਬਹੁਤ ਸਿਆਣਾ। ਸੋ ਕਾਲਡ ਵਿਗਿਆਨੀਆਂ ਨੇ, ਅਖੌਤੀ ਵਿਗਿਆਨੀਆਂ ਨੇ ਕੁਦਰਤ ਨੂੰ ਭੁੱਲ ਗਏ। ਕੁਦਰਤ ਨੂੰ ਉਹ ਜਿੱਤਣ ਦੀ ਕੋਸ਼ਿਸ਼ ਕਰਦੇ ਰਹੇ, ਕੁਦਰਤ ਨਾਲ ਲੜਨ ਦੀ ਕੋਸ਼ਿਸ਼ ਕਰਦੇ ਰਹੇ, ਅਤੇ ਕਰਦੇ ਸਾਰਾ ਸੱਤਿਆਨਾਸ਼ ਮਾਰਤਾ। ਅੱਜ ਪੂਰੀ ਮਨੁੱਖਤਾ ਇੱਕ ਢਹਿ ਢੇਰੀ ਹੋਣ ਦੇ ਕਗਾਰ 'ਤੇ ਖੜ੍ਹੀ ਹੈ। ਅੱਜ ਸਾਇੰਟਿਸਟ ਇਹ ਪ੍ਰੈਡਿਕਟ ਕਰ ਰਹੇ ਆ ਕਿ ਆਉਣ ਵਾਲੇ 20-30 ਸਾਲ ਜੇ ਤੁਸੀਂ ਨਾ ਸੰਭਲੇ, ਇਹੀ ਮਾਡਲ ਜੋ ਤੁਸੀਂ ਸੋ ਕਾਲਡ ਅਖੌਤੀ ਵਿਕਾਸ ਦਾ ਲਿਆ ਹੋਇਆ, ਜੇ ਇੱਦਾਂ ਹੀ ਜਾਰੀ ਰਿਹਾ ਤਾਂ ਉਸ ਤੋਂ ਬਾਅਦ ਅੱਗੇ ਨੋ ਰਿਟਰਨ ਪੁਆਇੰਟ ਆ ਰਿਹਾ, ਜਿੱਥੇ ਕਿ ਧਰਤੀ ਜਿਹੜੀ ਹੈ ਉਹਦੇ ਉੱਪਰ ਲਾਈਫ ਪੋਸੀਬਲ ਨਹੀਂ ਰਹਿਣੀ। 20-30 ਸਾਲ ਦਾ ਮਸਲਾ ਹੈ, ਬਸ ਜ਼ਿਆਦਾ ਨਹੀਂ ਰਹਿ ਗਿਆ। ਹੁਣ 30 ਸਾਲ ਬਾਅਦ ਧਰਤੀ ਖਤਮ ਹੋ ਸਕਦੀ ਹੈ। ਧਰਤੀ ਨਹੀਂ ਖਤਮ ਹੋਏਗੀ, ਲੇਕਿਨ ਧਰਤੀ ਜੀ ਹਾਂ, ਧਰਤੀ ਦੇ ਉੱਪਰ ਜੀਵਨ ਖਤਰੇ 'ਚ ਪੈ ਜਾਏਗਾ, ਬਹੁਤ ਜ਼ਿਆਦਾ ਖਤਰੇ 'ਚ ਪੈ ਜਾਏਗਾ। ਉਹਦੇ 'ਚ ਅਜੀਬ ਸਮੱਸਿਆਵਾਂ ਆਉਣਗੀਆਂ, ਜਿਹਨੂੰ ਵਾਪਸ ਲੈ ਕੇ ਆਉਣਾ ਬਹੁਤ ਔਖਾ ਹੋਏਗਾ। ਅੱਜ ਖੁਸ਼ਕਿਸਮਤੀ ਨਾਲ ਅਸੀਂ ਅਜੇ ਉਸ ਸਟੇਜ 'ਤੇ ਖੜ੍ਹੇ ਹਾਂ ਜਿੱਥੇ ਜੇ ਅੱਜ ਵੀ ਅਸੀਂ ਸੰਭਲ ਜਾਈਏ, ਅਗਲੇ 20 ਸਾਲਾਂ 'ਚ ਵੀ ਸੰਭਲ ਜਾਈਏ। 20 ਸਾਲ ਜਿਹੜੀ ਬਹੁਤ ਸਾਰੇ ਸਾਇੰਟਿਸਟ ਜਿਹੜੇ ਨੇ, ਅੱਜ ਵੀ ਮੈਂ ਡਾਕਟਰ ਖਾਦਰਵਾਲੀ ਨੂੰ ਸੁਣ ਰਿਹਾ ਸਵੇਰੇ, ਉਹਨਾਂ ਦੀ ਵੀ ਇਹੀ ਸੀਗੀ ਜਿਹੜੀ ਭਵਿੱਖਬਾਣੀ ਕਿ 20 ਸਾਲ ਜਿਹੜੇ ਸਾਡੇ ਲਈ ਬਹੁਤ ਜ਼ਰੂਰੀ ਨੇ ਆਉਣ ਵਾਲੇ, ਜੀ ਸਾਨੂੰ ਸੰਭਲਣਾ ਬਹੁਤ ਜ਼ਰੂਰੀ ਹੈ। ਕਿਉਂਕਿ ਅਗਲੇ 20 ਸਾਲਾਂ 'ਚ ਵੀ ਸੰਭਲ ਜਾਈਏ ਤਾਂ ਕੁਦਰਤ ਅਜੇ ਵੀ ਤਿਆਰ ਬੈਠੀ ਹੈ ਸਾਨੂੰ ਸਭ ਕੁਝ ਮੋੜਨ ਲਈ, ਸਾਡਾ ਸਭ ਕੁਝ ਸਾਫ਼ ਸੁਥਰਾ ਕਰਨ ਲਈ। ਲੇਕਿਨ ਉਸ ਤੋਂ ਅੱਗੇ ਫਿਰ ਉਹ ਜਿਹੜੇ ਚੀਜ਼ਾਂ ਨੇ ਨੋ ਰਿਟਰਨ ਪੁਆਇੰਟ 'ਤੇ ਪਹੁੰਚ ਰਹੀਆਂ ਨੇ। ਤੁਹਾਡਾ ਪਾਣੀ ਨੋ ਰਿਟਰਨ ਪੁਆਇੰਟ 'ਤੇ ਪਹੁੰਚ ਰਿਹਾ, ਤੁਹਾਡੀ ਹਵਾ ਨੋ ਰਿਟਰਨ ਪੁਆਇੰਟ 'ਤੇ ਪਹੁੰਚ ਰਹੀ, ਤੁਹਾਡੀ ਮਿੱਟੀ ਦੇ ਅੰਦਰ ਜੋ ਤਬਾਹੀ ਹੋ ਰਹੀ ਹੈ ਉਹ ਨੋ ਰਿਟਰਨ 'ਤੇ ਪਹੁੰਚ ਰਹੀ ਹੈ। ਫਿਰ ਸ਼ਾਇਦ ਉਹਨੂੰ ਸੰਭਲ 'ਚ ਬਹੁਤ ਲੰਬਾ ਸਮਾਂ ਲੱਗੇ। ਮਹਾਂਮਾਰੀ ਦੇ ਦੌਰ ਦੇ ਵਿੱਚ ਲੋਕਡਾਊਨ ਜਦੋਂ ਹੋਇਆ ਸੀਗਾ ਤਾਂ ਉਦੋਂ ਉਹ ਸਾਬਤ ਹੋ ਗਿਆ ਸੀਗਾ ਵੀ ਜਦੋਂ ਸਾਰਾ ਕੁਝ ਰੁਕ ਗਿਆ ਸੀ ਤਾਂ ਸਾਰਾ ਕੁਝ ਸਾਫ਼ ਵੀ ਹੋ ਗਿਆ ਸੀ। ਬਿਲਕੁਲ ਇੱਥੋਂ ਪਹਾੜ ਦਿਖਣ ਲੱਗ ਗਏ ਸੀਗੇ, ਪਹਾੜ ਦਿਖਣ ਲੱਗ ਗਏ ਸੀ। ਤਾਂ ਇਹ ਜਿਹੜਾ ਮੈਨਸ ਹੈ, ਦੇਖੋ ਕਿੱਡਾ ਅਸੀਂ ਕਿੱਡੇ ਬੇਵਕੂਫ ਹਾਂ ਕਿ ਅਸੀਂ ਭੁੱਲ ਜਾਂਦੇ ਹਾਂ ਕਿ ਅਸੀਂ ਹਵਾ, ਪਾਣੀ, ਮਿੱਟੀ ਦੇ ਬਣੇ ਹੋਏ ਹਾਂ। ਹਵਾ ਨੂੰ ਵੀ ਖਰਾਬ ਕਰੀ ਜਾਂਦੇ ਹਾਂ, ਪਾਣੀ ਨੂੰ ਵੀ ਕਰੀ ਜਾਂਦੇ ਹਾਂ, ਮਿੱਟੀ ਨੂੰ ਵੀ ਕਰੀ ਜਾਂਦੇ ਹਾਂ।
ਉਹ ਕੋਈ ਸੋਚਦੇ ਹੀ ਨਹੀਂ ਹਾਂ ਅਸੀਂ, ਕੋਈ ਸਾਡੇ ਅੰਦਰ ਚੇਤਨਾ ਨਹੀਂ, ਕੋਈ ਵਿਵੇਕ ਨਹੀਂ, ਕੋਈ ਬੁੱਧੀ ਨਹੀਂ। ਦੇ ਪਲਾਸਟਿਕ ਦੀਆਂ ਪਲੇਟਾਂ 'ਚ ਖਾ ਖਾ ਕੇ ਗਧਿਆਂ ਵਾਂਗੂ ਉਹਨੂੰ ਸਿੱਟੀ ਜਾਂਦੇ, ਇੱਧਰ ਉੱਧਰ ਸਿੱਟੀ ਜਾ ਰਹੇ ਹਾਂ, ਪਤਾ ਨਹੀਂ ਉਹ ਪਲਾਸਟਿਕ ਪਹੁੰਚਦਾ ਮੁੜ ਕੇ ਸਮੁੰਦਰ 'ਚ ਪਹੁੰਚ ਜਾਂਦਾ। ਉਹ ਕੂੜੇ ਨੂੰ ਉਹੀ ਉਸੇ ਪਲਾਸਟਿਕ ਨੂੰ ਕਲੀਆਂ 'ਚ ਗੁੰਡੀਆਂ 'ਚ ਇਕੱਠਾ ਕਰਦੇ ਨੂੰ ਅੱਗ ਲਾ ਦਿੰਦੇ ਆ, ਉਹਦੇ ਜੋ ਗੈਸਾਂ ਨਿਕਲਦੀਆਂ ਨੇ, ਭਾਂਤ ਭਾਂਤ ਦੀਆਂ ਗੰਦੀਆਂ ਗੈਸਾਂ ਨਿਕਲਦੀਆਂ ਸਾਡੇ ਅੰਦਰ ਜਾਂਦੀਆਂ ਨੇ ਮੁੜ ਕੇ। ਕਿਹੜੀ ਚੀਜ਼ ਅਸੀਂ ਛੱਡੀ ਹੈ? ਨਾ ਅਸੀਂ ਹਵਾ ਛੱਡੀ, ਨਾ ਪਾਣੀ ਛੱਡਿਆ, ਨਾ ਮਿੱਟੀ ਛੱਡੀ। ਬੇਵਕੂਫ ਵਾਂਗੂ ਅਸੀਂ ਜੋ ਸਾਨੂੰ ਕੋਈ ਕਹੀ ਗਿਆ, ਜਿਨ੍ਹਾਂ ਲੋਕਾਂ ਨੇ ਪੈਸੇ ਕਮਾਉਣੇ ਸੀ, ਅਮੀਰ ਹੋਣਾ ਸੀ, ਉਹਨਾਂ ਨੂੰ ਇੱਕ ਪਾਗਲਪਨ ਦੀ ਦੌੜ ਸੀ ਜਿਹੜੀ ਅਜੇ ਵੀ ਚੱਲ ਰਹੀ ਹੈ। ਪਾਗਲਪਨ ਦੀ ਇੱਕ ਦੌੜ ਹੈ ਕਿ ਅਮੀਰ ਤੋਂ ਹੋਰ, ਅਮੀਰ ਤੋਂ ਹੋਰ ਤੋਂ ਕੋਈ ਹੋਰ ਦਾ ਅੰਤ ਨਹੀਂ ਹੈ। ਐਂਡਲੈਸ ਹੋਰ ਹੈ ਉਹਨਾਂ ਕੋਲੇ, ਜਿੰਨੇ ਮਰਜ਼ੀ ਪੈਸੇ ਕਮਾ ਲੈਣ ਉਹਦੀ ਹੋਰ ਅੱਗੇ ਚਲੀ ਜਾਂਦੀ ਹੈ। ਤਾਂ ਇਹੋ ਜਿਹੇ ਜਿਹੜੇ 150,000 500 ਘਰਾਣੇ ਆ ਗਏ ਆ ਦੁਨੀਆ ਦੇ ਵਿੱਚ, ਜਿਨ੍ਹਾਂ ਦੀ ਜਿਹੜਾ ਗਰੀਡ ਜਿਹੜਾ ਉਹਦਾ ਅੰਤ ਕੋਈ ਨਹੀਂ ਹੈ। ਉਹ ਆਪਣੇ ਗਰੀਡ ਦੀ ਖਾਤਰ ਕੁਛ ਵੀ ਕਰੀ ਜਾਂਦੇ ਆ, ਹਵਾ ਪਾਣੀ ਮਿੱਟੀ ਜਿਹੜੇ ਤਬਾਹ ਕਰ ਰਹੇ ਆ। ਤਾਂ ਉਹ ਕਿਤੇ ਨਾ ਕਿਤੇ, ਤਾਂ ਉਹ ਜਿਹੜੀ ਚੇਤਨਾ ਹੈ ਵੀਨੈਸ ਦੀ ਚੇਤਨਾ, ਕਿ ਮੈਂ ਜਿਹੜਾ ਬੈਠਾ, ਜੇ ਮੈਂ ਆਪਣੇ ਆਪ ਨੂੰ ਕੇਂਦਰ 'ਚ ਰੱਖ ਲਵਾਂ ਤਾਂ ਮੈਂ ਆਲੇ ਦੁਆਲੇ ਦੇ ਮਨੁੱਖਾਂ ਨਾਲ ਜੁੜਿਆ ਹੋਇਆ, ਆਲੇ ਦੁਆਲੇ ਦੇ ਜਾਨਵਰਾਂ ਨਾਲ ਜੁੜਿਆ ਹੋਇਆ, ਆਲੇ ਦੁਆਲੇ ਪੌਦੇ ਨੇ ਉਹਦੇ ਨਾਲ ਜੁੜਿਆ ਹੋਇਆ, ਆਲੇ ਦੁਆਲੇ ਹਵਾ ਹੈ, ਪਾਣੀ ਹੈ, ਮਿੱਟੀ ਹੈ, ਉਹਦੇ ਨਾਲ ਜੁੜਿਆ ਹੋਇਆ। ਅੱਗੇ ਫਿਰ ਹਵਾ ਪਾਣੀ, ਇਹ ਧਰਤੀ ਜਿਹੜੀ ਹੈ ਉਹ ਸੂਰਜ ਦੇ ਪਰਿਵਾਰ ਦੀ ਧਰਤੀ ਹੈ। ਇੱਕ ਸੂਰਜ ਦਾ ਪਰਿਵਾਰ ਹੈ ਸਾਡਾ। ਵੀ ਆਰ ਏ ਫੈਮਿਲੀ ਆਫ ਸਨ। ਸਾਡਾ ਸੂਰਜ ਹੈ, ਉਹਦੇ ਅਸੀਂ ਪਰਿਵਾਰ 'ਚ 8-9 ਧਰਤੀਆਂ, ਜਿਹਦੇ ਇੱਕੋ ਹੀ ਧਰਤੀ 'ਤੇ ਜੀਵਨ ਹੈ, ਬਾਕੀ ਧਰਤੀਆਂ 'ਤੇ ਜੀਵਨ ਹੈ ਨਹੀਂ ਗਾ। ਉਹ ਧਰਤੀਆਂ ਹੈਗੀਆਂ ਨੇ ਲੇਕਿਨ ਜੀਵਨ ਨਹੀਂ ਹੈ। ਉਸ ਤੋਂ ਬਾਅਦ ਇਹੋ ਜਿਹੇ ਕਰੋੜਾਂ ਕਰੋੜ ਤਾਰੇ ਆ ਆਕਾਸ਼ ਗੰਗਾ 'ਚ ਨੇ। ਆਕਾਸ਼ ਗੰਗਾਵਾਂ, ਫਿਰ ਕਰੋੜਾਂ ਕਰੋੜ ਆਕਾਸ਼ ਗੰਗਾਵਾਂ ਨੇ, ਫਿਰ ਕਰੋੜਾਂ ਕਰੋੜ ਆਕਾਸ਼ ਗੰਗਾਵਾਂ ਦੇ ਅੱਗੇ ਫਿਰ ਐਂਡਲੈਸ ਅੰਤਹੀਨ ਆਸਮਾਨ ਹੈ, ਊਰਜਾ ਦਾ ਭਰਿਆ ਹੋਇਆ। ਇਹ ਹੈ ਵੀਨੈਸ। ਮੇਰੀ ਆਈਨੈਸ ਵੱਡੀ ਵੀਨੈਸ ਨਾਲ ਜੁੜੀ ਹੋਈ ਹੈ। ਹੁਣ ਇਹ ਚੇਤਨਾ ਅਗਰ ਆ ਜਾਵੇ ਤਾਂ ਮੈਨੂੰ ਦੱਸੋ ਕੋਈ ਚੀਜ਼ ਖਰਾਬ ਹੋ ਸਕਦੀ ਹੈ? ਸਭ ਕੁਝ ਠੀਕ ਹੋ ਜਾਏਗਾ। ਹਵਾ ਵੀ ਠੀਕ ਹੋ ਜਾਏਗੀ, ਪਾਣੀ ਵੀ ਠੀਕ ਹੋ ਜਾਏਗਾ, ਧਰਤੀ ਵੀ ਠੀਕ ਹੋ ਜਾਏਗੀ। ਜਿਹੜੀ ਮੇਰੀ ਚੇਤਨਾ ਹੈ ਮਾਰੀ ਦੀ ਲਾਲਾ ਹੋਏ ਕਰਦੇ ਭੱਜੀ ਜਾਂਦੇ ਅਸੀਂ ਦੇਖਿਆ, ਅਸੀਂ ਬੜਾ ਹੀ ਕੋਸ਼ਿਸ਼ ਕਰਕੇ ਡਾਈਟ ਦਾ ਪ੍ਰੋਟੋਕੋਲ ਡਿਫਾਈਨ ਕੀਤਾ ਵੀ ਇਸ ਡਾਈਟ ਦੇ ਪ੍ਰੋਟੋਕੋਲ ਨਾਲ ਤੁਸੀਂ ਬਿਮਾਰੀਆਂ ਰੋਕ ਸਕਦੇ ਹੋ ਜਾਂ ਕਿਉਰ ਕਰ ਸਕਦੇ ਹੋ। ਲੇਕਿਨ ਅਸੀਂ ਦੇਖਿਆ ਕੁਛ ਲੋਕ ਨੇ ਉਹ ਡਾਈਟ ਨੂੰ ਵੀ ਰਿਸਪੌਂਡ ਨਹੀਂ ਕਰ ਰਹੇ। ਕਿਉਂ? ਪਤਾ ਲੱਗਦਾ ਵੀ ਉਹ ਇੰਨੇ ਤਣਾਅ 'ਚ ਨੇ ਕਿ ਉਹਨਾਂ ਦਾ ਤਣਾਅ ਹੀ ਇੰਨਾ ਜ਼ਿਆਦਾ, ਉਹ ਨੈਗੇਟਿਵਿਟੀ ਇੰਨੀ ਜ਼ਿਆਦਾ ਹੈ ਕਿ ਨਾ ਉਹਨੂੰ ਨੀਂਦ ਆਉਂਦੀ ਹੈ ਚੱਜ ਨਾਲ, ਨਾ ਉਹਨੂੰ ਭੁੱਖ ਲੱਗਦੀ ਹੈ, ਨਾ ਉਹਨਾਂ ਨੂੰ ਕੋਈ ਚੈਨ ਹੈ, ਨਾ ਉਹਨਾਂ 'ਚ ਸਹਿਜ ਹੈ। ਉਹਦੇ ਅੰਦਰ ਇੰਨਾ ਤੂਫਾਨ ਮੱਚਿਆ ਹੋਇਆ ਉਹ ਗਲਤ ਮਲਤ ਵਿਚਾਰਾਂ ਦਾ ਕਿ ਉਹ ਕਿਉਂ ਮੱਚਿਆ ਹੋਇਆ? ਕਿਉਂਕਿ ਉਹ ਆਪਣੇ ਆਪ ਨੂੰ ਵੱਖਰਾ ਸਮਝਦੇ ਆ, ਆਪਣੇ ਆਪ ਨੂੰ ਦੂਜਿਆਂ ਨਾਲੋਂ ਵੱਖਰਾ ਸਮਝਦੇ ਆ। ਜਾਂ ਰਾਦਰ ਕਈ ਥਾਵਾਂ 'ਤੇ ਇਹੋ ਜਿਹੀ ਵੀ ਮਾਨਸਿਕਤਾ ਆ ਜਾਂਦੀ ਹੈ ਕਿ ਉਹਨੂੰ ਲੱਗਦਾ ਮੇਰੇ ਸਾਰੇ ਵਿਰੋਧੀ ਨੇ, ਮੈਨੂੰ ਸਾਰੇ ਨੁਕਸਾਨ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਤਾਂ ਉਹ ਆਪਣੇ ਆਪ ਨੂੰ ਕਨੈਕਟ ਹੀ ਨਹੀਂ ਕਰ ਪਾਉਂਦਾ। ਤਾਂ ਇੱਦਾਂ ਦਾ ਕਿਤੇ ਨਾ ਕਿਤੇ ਜਿਹੜੀ ਆਈਨੈਸ ਅਤੇ ਵੀਨੈਸ ਦਾ ਜਿਹੜੀ ਚੇਤਨਾ ਹੈ, ਇਹਦੇ 'ਚ ਜਿਹੜਾ ਆਈਨੈਸ ਦੀ ਚੇਤਨਾ ਹੈ ਉਹ ਕਿਤੇ ਨਾ ਕਿਤੇ ਬਹੁਤ ਵੱਡਾ ਝੂਠ ਹੈ। ਅਤੇ ਉਸ ਝੂਠ 'ਚੋਂ ਸਾਨੂੰ ਨਿਕਲਣਾ ਬੇਹੱਦ ਜ਼ਰੂਰੀ ਹੈ। ਪਹਿਲਾਂ ਸ਼ਾਇਦ ਜਿਹੜੇ ਗੁਰੂ ਸਾਹਿਬਾਨ ਸੀਗੇ, ਰਿਸ਼ੀ ਸੀ, ਮੁਨੀ ਸੀ, ਉਹ ਆਪਣੀ ਇੰਟਿਊਸ਼ਨ ਦੇ ਸਿਰ 'ਤੇ ਸਮਝਾਉਣ ਦੀ ਕੋਸ਼ਿਸ਼ ਕਰਦੇ ਸੀਗੇ। ਅਤੇ ਸਾਰੇ ਧਰਮ ਇਹੀ ਕੁਛ ਕੀਤਾ। ਸਾਰੇ ਧਰਮਾਂ ਦਾ ਜੇ ਸਾਰੰਸ਼ ਲਈਏ ਤਾਂ ਉਹਨੇ ਇਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜੋ ਤੁਸੀਂ ਸਾਰੀ ਗੁਰਬਾਣੀ ਪੜ੍ਹ ਲਓ, ਉਹਦੇ ਅੰਦਰ ਇਹੀ ਸਾਰੰਸ਼ ਹੈ ਕਿ ਅਸੀਂ ਕਣ ਰੂਪ ਹਾਂ ਅਤੇ ਅਸੀਂ ਇੱਕ ਵੱਡੇ ਪਰਮਾਤਮਾ ਦਾ ਇੱਕ ਉਸ ਦੀ ਜਿਹੜਾ ਖੇਲ ਹੈ ਉਹਦਾ ਪਾਰਟ ਹਾਂ। ਜੇ ਸਾਨੂੰ ਇਹ ਸਮਝ ਆ ਜਾਵੇ ਕਿ ਅਸੀਂ ਵੀਨੈਸ ਦੀ ਇੱਕ ਖੇਡ ਹੋ ਰਹੀ ਹੈ ਕੁਦਰਤ ਦੇ ਅੰਦਰ, ਕਾਸਮਾਸ ਦੇ ਅੰਦਰ, ਉਸ ਖੇਲ ਹੈ, ਉਹ ਤਮਾਸ਼ਾ ਹੈ, ਉਹ ਗੇਮ ਹੈ, ਉਸ ਗੇਮ ਦਾ ਜਸਟ ਪਾਰਟ ਅਸੀਂ ਆਪਣਾ ਰੋਲ ਨਿਭਾਉਣਾ ਹੁੰਦਾ ਅਤੇ ਆਪਣੀ ਖੇਡ ਖੇਡਣੀ ਹੁੰਦੀ ਹੈ। ਜਿਵੇਂ ਇੱਕ ਟੀਮ ਖੇਡਦੀ ਹੈ, ਟੀਮ 'ਚ ਹਰ ਬੰਦੇ ਨੇ ਆਪਣਾ ਰੋਲ ਨਿਭਾਉਣਾ ਹੁੰਦਾ, ਤਾਂ ਫਿਰ ਕਿੰਨੀ ਖੁਸ਼ੀ ਹੋਏਗੀ, ਕਿੰਨਾ ਆਨੰਦ ਹੋਏਗਾ, ਕਿੰਨਾ ਸਹਿਜ ਹੋਏਗਾ, ਕੋਈ ਤਣਾਅ ਨਹੀਂ ਹੋਏਗਾ। ਤਾਂ ਇਹ ਜਿਹੜਾ ਸਾਰੇ ਦਾ ਸਾਰਾ ਕਿਤੇ ਨਾ ਕਿਤੇ ਵਰਤਾਰਾ ਹੈ, ਮੈਂ ਸਮਝਦਾ ਕਿ ਬੇਹੱਦ ਜਿਹੜਾ ਉਹ ਜ਼ਰੂਰੀ ਹੈ ਸਾਡੇ ਲਈ ਅਡੋਪਟ ਕਰਨਾ, ਆਈਨੈਸ ਤੋਂ ਵੀਨੈਸ ਤੱਕ ਦਾ। ਇੱਕ ਤਾਂ ਇਹ ਗੱਲ। ਦੂਸਰੀ ਗੱਲ ਕਿ ਇੱਕ ਗੱਲ ਸਮਝਣੀ ਜ਼ਰੂਰੀ ਹੈ ਕਿ ਅਲਟੀਮੇਟ ਟਰੂਥ ਕੀ ਹੈ ਐਗਜ਼ਿਸਟੈਂਸ ਦੀ? ਅਲਟੀਮੇਟ ਟਰੂਥ ਹੈ ਊਰਜਾ, ਕੁਆਂਟਮ ਫੀਲਡ। ਉਹਨੂੰ ਕੁਆਂਟਮ ਫੀਲਡ, ਇਹ ਸਾਰਾ ਜਿਹੜਾ ਅਸਮਾਨ, ਜਿਹਨੂੰ ਆਪਾਂ ਅਸਮਾਨ ਕਹਿ ਰਹੇ ਸੀਗੇ, ਇਹ ਕੀ ਹੈ? ਇਹਨੇ ਸਾਰਿਆਂ ਦਾ ਸਾਂਝਾ ਨਾਂ ਸਾਇੰਸ ਨੇ ਦਿੱਤਾ, ਕੁਆਂਟਮ ਫੀਲਡ। ਧਰਮ ਨੂੰ ਪਰਮਾਤਮਾ ਕਹਿੰਦਾ ਕਿ ਪਰਮਾਤਮਾ ਦਾ ਅਦਿੱਖ ਰੂਪ ਕੀ ਹੈ? ਇਹ ਬੜਾ ਹਿਊਜ ਅੰਤਹੀਨ ਜਿਹੜਾ ਹੈ ਉਹ ਸਾਡੇ ਅੰਦਰ ਵੀ ਉਹੀ ਹੈ, ਬਾਹਰ ਵੀ ਉਹੀ ਹੈ। ਜਿਹੜਾ ਅਸਮਾਨ ਬਾਹਰ ਹੈ, ਜਿਹੜਾ ਆਕਾਸ਼ ਬਾਹਰ ਹੈ ਊਰਜਾ ਦਾ ਭਰਿਆ ਹੋਇਆ, ਆਕਾਸ਼ ਅੰਦਰ ਵੀ ਹੈਗਾ। ਆਪਾਂ ਸੈੱਲ ਦੀ ਅਗਰ ਦੇਖੀਏ, ਜੇ ਸਾਡੇ ਸੈੱਲ ਦੀ ਇੱਕ ਬਣਤਰ ਦੇਖੀਏ, ਉਸ 'ਤੇ ਉਹਦੇ ਅੰਦਰ ਜਾ ਕੇ ਜਿਹੜੀਆਂ ਐਟਮਾਂ ਨੇ ਉਹਦੀ ਬਣਤਰ ਦੇਖੀਏ ਤਾਂ ਐਟਮਾਂ ਦੇ ਅੰਦਰ ਵੀ ਆਕਾਸ਼ ਹੈ। ਸੋ ਜਿਹੜਾ ਬੜਾ ਆਕਾਸ਼ ਹੈ ਉਹਦੇ ਅੰਦਰ ਛੋਟਾ ਆਕਾਸ਼ ਸਾਡੇ ਅੰਦਰ ਵੀ ਇੱਕ ਉਹ ਟਰੈਪ ਕੀਤਾ ਹੋਇਆ ਪਦਾਰਥ 'ਚ। ਤਾਂ ਉਸ ਬੜੇ
ਕੁਆਂਟਮ ਫੀਲਡ ਤੋਂ ਹੀ ਸਾਰਾ ਪਦਾਰਥ ਪੈਦਾ ਹੁੰਦਾ ਹੈ ਤੇ ਜਦੋਂ ਆਪਣੀ ਉਮਰ ਭੋਗ ਲੈਂਦਾ ਫਿਰ ਵਾਪਸ ਉਹ ਚਲਾ ਜਾਂਦਾ। ਮੌਤ ਮੂਤ ਨਾਂ ਦੀ, ਜਨਮ ਜਨਮ ਨਾਂ ਦੀ ਚੀਜ਼ ਜਿਹੜੀ ਹੈ, ਜਸ ਇਹਨਾਂ ਕੀ ਖੇਲ ਹੈ ਕਿ ਊਰਜਾ ਤੋਂ ਪਦਾਰਥ ਬਣਦਾ, ਪਦਾਰਥ ਫਿਰ ਵਾਪਸ ਚਲਾ ਜਾਂਦਾ ਊਰਜਾ 'ਚ। ਤਾਂ ਉਹ ਜਿਹੜਾ ਲੈਣ ਦੇਣ ਹੈ, ਜਿਹੜਾ ਉਹਦੇ 'ਚ ਸੁਪਰੀਮ ਕੌਣ ਹੈ? ਊਰਜਾ, ਕਿਉਂਕਿ ਊਰਜਾ ਦੀ ਕੋਈ ਮੌਤ ਨਹੀਂ ਹੈ। ਉਸ ਕੁਆਂਟਮ ਫੀਲਡ ਹੈ ਜਿਹੜਾ ਹਿਊਜ ਫੀਲਡ ਹੈ, ਉਹਦੀ ਕੋਈ ਮੌਤ ਨਹੀਂ ਹੈ, ਨਾ ਉਹਦਾ ਕੋਈ ਬਿਗਨਿੰਗ ਹੈ, ਨਾ ਉਹਦਾ ਕੋਈ ਅੰਤ ਹੈ। ਉਹ ਅੰਤਹੀਨ ਹੈ, ਨਾ ਉਹਦਾ ਸ਼ੁਰੂਆਤ ਸੀ ਅਤੇ ਨਾ ਉਹਦਾ ਕੋਈ ਅੰਤ ਹੈ, ਨਾ ਉਹਦੀ ਕੋਈ ਉਮਰ ਹੈ ਅਤੇ ਨਾ ਉਹ ਜਿਉਂਦਾ ਜਾਂ ਨਾ ਉਹ ਜੰਮਦਾ ਨਾ ਮਰਦਾ। ਜਿਹਦੇ ਬਾਰੇ ਗੁਰੂ ਸਾਹਿਬਾਨ ਜਾਂ ਰਿਸ਼ੀਆਂ ਮੁਨੀਆਂ ਨੂੰ ਪਰਮਾਤਮਾ ਕਿਹਾ, ਸਾਇੰਸ ਉਹਨੂੰ ਕੁਆਂਟਮ ਫੀਲਡ ਕਹਿੰਦੀ ਹੈ। ਉਹ ਕੁਆਂਟਮ ਫੀਲਡ ਜਿਹੜੀ ਹੈ ਉਹ ਚੇਤਨ ਹੈ, ਉਹ ਡੈਡ ਨਹੀਂ ਹੈ, ਉਹ ਮੁਰਦਾ ਨਹੀਂ ਹੈ, ਕਿਉਂਕਿ ਉਹਦੇ ਅੰਦਰ ਲੌਜ਼ ਨੇ, ਉਹ ਸਟਨ ਨਿਯਮਾਂ ਦੇ ਤਹਿਤ ਕੰਮ ਕਰਦੀ ਹੈ, ਜਿਸ ਨੂੰ ਗੁਰੂ ਸਾਹਿਬ ਨੇ ਕਿਹਾ ਹੁਕਮ ਕਿਹਨੂੰ ਕਿਹਾ ਉਹਨਾਂ ਨੇ? ਹੁਕਮ ਕੀ ਹੈ? ਉਸ ਕਾਸਮੋਸ ਦੇ ਲੌਜ਼ ਨੇ। ਜਿਹੜਾ ਕਾਸਮਿਕ ਊਰਜਾ ਹੈ, ਪਰਮਾਤਮਾ ਹੈ, ਉਸ ਲੌ ਦੇ ਅਧੀਨ ਚੱਲਦਾ। ਉਹ ਲੌ ਦੇ ਅਧੀਨ ਚੱਲਦੀ ਹੋਈ ਉਹ ਕਾਸਮਿਕ ਊਰਜਾ ਕੁਆਂਟਮ ਫੀਲਡ ਹੀ ਪਰਮਾਤਮਾ ਹੈ। ਅਤੇ ਪਰਮਾਤਮਾ ਦਾ ਹੀ ਰੂਪ ਅੱਗੇ ਅੱਡ ਅੱਡ ਤਰ੍ਹਾਂ ਦਾ ਪਦਾਰਥ ਹੈ, ਚਾਹੇ ਉਹ ਪਦਾਰਥ ਮਿੱਟੀ ਦਾ ਕਣ ਹੈ ਅਤੇ ਚਾਹੇ ਉਹ ਪਦਾਰਥ ਮਨੁੱਖ ਹੈ। ਮਨੁੱਖ ਇੱਕ ਉਹ ਅੱਡ ਕਿਸਮ ਦੀ ਔਰਗਨਾਈਜ਼ਡ ਸ਼ਕਲ ਹੈ ਉਹਦੀ ਪਦਾਰਥ ਦੀ। ਹਾਥੀ ਇੱਕ ਦੂਸਰੀ ਔਰਗਨਾਈਜ਼ ਸ਼ਕਲ ਹੈ, ਕੀੜੀ ਇੱਕ ਦੂਜੀ ਔਰਗਨਾਈਜ਼ ਸ਼ਕਲ ਹੈ, ਮੱਛਰ ਇੱਕ ਦੂਸਰੀ ਔਰਗਨਾਈਜ਼ ਸ਼ਕਲ ਹੈ। ਸੋ ਉਹ ਇਹ ਅਲੱਗ-ਅਲੱਗ ਸ਼ਕਲਾਂ ਨੇ ਕੁਦਰਤ ਦੇ ਖੇਲ ਦੀਆਂ, ਕੁਦਰਤ ਦੀ ਰਚਨਾ ਦੀਆਂ, ਜਿਹੜੀ ਅਲੱਗ-ਅਲੱਗ ਉਹਦਾ ਹਰ ਚੀਜ਼ ਦਾ ਇਤਿਹਾਸ ਹੈ ਲੱਖਾਂ ਕਰੋੜਾਂ ਸਾਲ ਦਾ, ਕਿ ਕਿਵੇਂ ਉਹ ਬਣਤਰ ਚਾਹੀਆਂ, ਕਿਵੇਂ ਇਵੋਲਵ ਕੀਤੀਆਂ, ਕਿਵੇਂ ਐਵੋਲਿਊਸ਼ਨ ਹੋਈ, ਕਿਵੇਂ ਜਿਹੜਾ ਪਹਿਲਾਂ ਤਾਂ ਊਰਜਾ ਤੋਂ ਕਣ ਬਣਿਆ ਜਿਹਨੂੰ ਬਿਗ ਬੈਂਗ ਕਹਿੰਦੇ ਆ, ਵੀ ਬਿਗ ਬੈਂਗ ਹੋਇਆ ਅਤੇ ਪਹਿਲਾਂ ਸਾਰੀ ਊਰਜਾ ਹੀ ਊਰਜਾ ਸੀਗੀ, ਅਤੇ ਬਿਗ ਬੈਂਗ ਜਦੋਂ ਹੋਇਆ ਤਾਂ ਪਦਾਰਥ ਬਣ ਗਿਆ, ਅਤੇ ਪਦਾਰਥ ਨੇ ਫਿਰ ਅੱਗੇ ਐਵੋਲਿਊਸ਼ਨ ਕੀਤੀ ਅਤੇ ਬਣਦੀ ਹੀ ਮਨੁੱਖਾਂ ਤੱਕ ਆ ਗਈ। ਤਾਂ ਇਹ ਸਾਰਾ ਜੋ ਆ ਗਈ ਤਾਂ ਫਿਰ ਉਹ ਕਨੈਕਟਡ ਹੈ ਅਜੇ ਵੀ। ਉਹ ਇਹ ਨਹੀਂ ਕਿ ਉਸ ਊਰਜਾ ਤੋਂ ਇਵੋਲਵ ਕਰਦਾ ਮਨੁੱਖ ਆ ਗਿਆ ਅਤੇ ਮਨੁੱਖ ਹੁਣ ਆਜ਼ਾਦ ਹੋ ਗਿਆ, ਇੱਦਾਂ ਦੀ ਰਿਐਲਿਟੀ ਨਹੀਂ ਹੈ। ਮਨੁੱਖ ਅੱਜ ਵੀ ਉਸ ਬੰਧਨ 'ਚ ਬੱਝਿਆ ਹੋਇਆ, ਉਹਨਾਂ ਲੌਜ਼ 'ਚ ਬੱਝਿਆ ਹੋਇਆ, ਉਹਨਾਂ ਨਿਯਮਾਂ ਦੇ ਅੰਦਰ ਹੈ। ਅਸੀਂ ਇਹ ਨਹੀਂ ਜੋ ਮਰਜ਼ੀ ਕਰੀ ਜਾਈਏ, ਜੋ ਮਰਜ਼ੀ ਕਰਾਂਗੇ ਤਾਂ ਦੁੱਖ ਭੋਗਾਂਗੇ। ਜੋ ਅੱਜ ਹੋ ਰਿਹਾ ਸਾਡੇ ਪਿਛਲੇ 200-400-500 ਸਾਲ ਦੀ ਜੋ ਅਸੀਂ ਕੁਰੀਤੀਆਂ ਕੀਤੀਆਂ, ਜੋ ਅਸੀਂ ਕੁਕਰਮ ਕੀਤੇ, ਜੋ ਅਸੀਂ ਪਾਪ ਕੀਤੇ, ਬਹੁਤ ਵੱਡੇ ਪਾਪ ਕੀਤੇ ਅਸੀਂ। ਅੱਜ ਡਾਕਟਰ ਖਾਦਰਵਲੀ ਨੇ ਬੜਾ ਸੋਹਣਾ ਲਫ਼ਜ਼ ਵਰਤਿਆ, ਹਰਾਮਜ਼ਦਗੀਆਂ, ਕਿਉਂਕਿ ਜਿਹਨਾਂ ਲੋਕਾਂ ਨੇ ਕੀਤੀਆਂ ਉਹਨੂੰ ਆਈਡੀਆ ਵੀ ਸੀਗਾ ਕਿ ਇਹਨਾਂ ਦਾ ਰਿਜ਼ਲਟ ਕੀ ਹੋਏਗਾ, ਫਿਰ ਵੀ ਕੀਤੀਆਂ ਸੀ। ਤਾਂ ਉਹ ਜਿਹੜੇ ਕੁਕਰਮ ਕੀਤੇ ਆ, ਪਾਪ ਕੀਤੇ ਆ, ਉਹ ਕਿਤੇ ਨਾ ਕਿਤੇ ਸਾਡੇ ਸਾਹਮਣੇ ਦੁੱਖ ਤਕਲੀਫ ਬਿਮਾਰੀਆਂ ਭਾਂਤ ਦੇ ਜਿਹੜੇ ਉਹਦੇ ਅੰਦਰ ਜਿਹੜੀਆਂ ਵਿਕ੍ਰਿਤੀਆਂ ਆ ਗਈਆਂ, ਚਾਹੇ ਉਹ ਸਮਾਜ ਦੀਆਂ ਨੇ, ਚਾਹੇ ਉਹ ਕੁਦਰਤ ਦੀਆਂ ਨੇ। ਕੁਦਰਤ ਦੀਆਂ ਕਿੰਨੀਆਂ ਵਿਕ੍ਰਿਤੀਆਂ ਆ ਗਈਆਂ ਕਿ ਪਾਣੀ ਖਤਮ ਹੋਣ ਜਾ ਰਿਹਾ, ਕੁਦਰਤ ਦੀ ਵਿਕ੍ਰਿਤੀ ਆ ਗਈ, ਪਾਣੀ ਜ਼ਹਿਰੀਲਾ ਹੋ ਗਿਆ, ਮਿੱਟੀ ਜਿਹੜੀ ਆ ਉਹ ਬੰਜਰ ਹੋਣ ਜਾ ਰਹੀ ਹੈ ਸਾਰੀ ਦੀ ਸਾਰੀ। ਤਾਂ ਇਹ ਕਿਤੇ ਨਾ ਕਿਤੇ ਜਿਹੜਾ ਵਰਤਾਰਾ ਹੈ, ਇਹ ਇਸ ਰਿਐਲਿਟੀ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਜਿਹੜਾ ਕੁਆਂਟਮ ਫੀਲਡ ਹੈ, ਜਿਸ ਨੂੰ ਧਰਮਾਂ ਨੇ ਪਰਮਾਤਮਾ ਕਿਹਾ, ਸਾਇੰਸ ਉਹਨੂੰ ਕੁਆਂਟਮ ਫੀਲਡ ਕਹਿੰਦੀ ਹੈ, ਉੱਥੋਂ ਹੀ ਪਦਾਰਥ ਬਣਦਾ। ਦੇਖੋ ਸੂਰਜ ਹੈ ਨਾ, ਸੂਰਜ ਦੀ ਤਾਂ ਊਰਜਾ ਆ ਰਹੀ ਹੈ, ਅਤੇ ਊਰਜਾ ਪੌਦੇ ਜਾ ਕੇ ਕੀ ਸ਼ਕਲ ਲੈ ਜਾਂਦੀ ਹੈ? ਪਦਾਰਥ ਦੀ ਸ਼ਕਲ ਲੈ ਜਾਂਦੀ ਹੈ। ਸਾਡੇ ਸਾਹਮਣੇ ਰੋਜ਼ ਤਾਂ ਬਣਦਾ ਪਦਾਰਥ। ਫਿਰ ਤੁਸੀਂ ਪਰਾਲੀ ਜਾਲ ਦਿੰਦੇ ਹੋ, ਉਹ ਪਰਾਲੀ ਜਲ ਕੇ ਫਿਰ ਕਿੱਥੇ ਚਲੀ ਜਾਂਦੀ ਹੈ? ਫਿਰ ਊਰਜਾ ਦੀ ਸ਼ਕਲ 'ਚ ਫਿਰ ਊਰਜਾ ਦੇ ਉਹਦੇ ਨਾਲ ਜਾਂਦੀ ਹੈ। ਸੋ ਊਰਜਾ ਤੋਂ ਪਦਾਰਥ ਬਣ ਰਿਹਾ, ਪਦਾਰਥ ਫਿਰ ਵਾਪਸ ਊਰਜਾ ਜਾ ਰਿਹਾ। ਬੰਦਾ ਜੋ ਸਾੜ ਦਿੰਦੇ ਅਸੀਂ, ਬੰਦਾ ਕੀ ਕਰਦਾ? ਬੰਦੇ ਦੀ ਮਿੱਟੀ 'ਚ ਰਲ ਜਾਂਦੀ, ਪਾਣੀ 'ਚ ਰਲ ਜਾਂਦਾ, ਜਿਹੜਾ ਹਵਾ 'ਚ ਰਲ ਜਾਂਦੀ ਹੈ, ਅਤੇ ਊਰਜਾ 'ਚ ਰਲ ਜਾਂਦੀ ਹੈ। ਪੰਜੇ ਤੱਤ ਆਪੋ ਆਪਣੇ ਵਾਪਸ ਸਮਾ ਜਾਂਦੇ ਆ। ਆਪਾਂ ਤਾਂ ਹੀ ਗੁਰੂਆਂ ਨੇ ਬਹੁਤ ਸੋਹਣਾ ਲਫ਼ਜ਼ ਵਰਤਿਆ, ਜੋਤੀ ਜੋਤ ਸਮਾ ਗਿਆ। ਇਹ ਬੰਦਾ ਜਿਹੜਾ ਸੀਗਾ ਉਹ ਜੋਤੀ ਜੋਤ ਸਮਾ ਗਿਆ, ਜਿਸ ਜੋਤੀ 'ਚੋਂ ਆਇਆ ਸੀਗਾ ਉਸੇ ਜੋਤ ਉਹਦੇ 'ਚ ਫਿਰ ਵਾਪਸ ਸਮਾ ਗਿਆ। ਤਾਂ ਸਾਡੇ ਧਰਮਾਂ ਅਸੀਂ ਤਾਂ ਇੰਨੀ ਅਮੀਰ ਸੱਭਿਅਤਾ ਦੇ ਵਾਰਿਸ ਹਾਂ। ਜਿਹੜੀ ਸਨਾਤਨ ਸੱਭਿਅਤਾ ਸੀਗੀ, ਸਨਾਤਨ ਸੱਭਿਅਤਾ ਤਾਂ ਕਮਾਲ ਦੀ ਵਿਜ਼ਡਮ ਸੀ, ਕਮਾਲ ਦੀ ਸਿਆਣਪ ਸੀ, ਕਮਾਲ ਦੀ ਮੈਚਿਓਰਿਟੀ ਸੀ, ਜਿਹੜੀ ਮੈਂ ਸਮਝਦਾ ਅੱਜ ਦੇ ਜਿਹੜੀ ਵੈਸਟਰਨਾਈਜ਼ਡ ਬੇਸ ਸੱਭਿਅਤਾ, ਜਿਹਨੂੰ ਆ ਕੇ ਅੰਗਰੇਜ਼ਾਂ ਨੇ ਬਹੁਤ ਬੁਰੀ ਤਰ੍ਹਾਂ मतलब डिस्ट्रॉय किया। मैं दर्शकों को बताना चाहूँगा, डॉक्टर अमर सिंह आज़ाद जो MBBS MD हैं, मैं आचार्य मनीष, हमारे साथ डॉक्टर अवधेश पांडे वो भी MBBS MD हैं, डॉक्टर बिस्वरूप राय चौधरी, डॉक्टर खादरवली और हमारे पास 250 डॉक्टर्स की टीम, हमारी पूरी टीम ने मिल के पूरे भारत से शुगर को, BP को,
जो गोलियां खिलाकर कंट्रोल करने का जो साइंस चल रही है, जिसको मेडिकल माफिया बोलते हैं, जो ये बोलता है कि गोली खा के कंट्रोल होती है, हम बिना दवाइयां शुगर को भी बीपी को भी रिवर्स करना सिखा रहे हैं। तो आप हिम्स हॉस्पिटल चंडीगढ़ में संपर्क करो। ये यहाँ पे ये हिम्स हॉस्पिटल एंड इंस्टीट्यूट ऑफ इंटीग्रेटेड मेडिकल साइंसेज जो कि डेराबस्सी चंडीगढ़ में है। तो जब आप यहाँ पे आ रहे हैं तो क्या आपकी एक्सपेक्टेशन होनी चाहिए, वो एक्सपेक्टेशन हमारे थेरेपी से मैच हो रही कि नहीं, ये आपके लिए जानना ज़रूरी है बिफोर यू स्टार्ट थिंकिंग अबाउट कमिंग हेयर। यहाँ आने से पहले कुछ बातें आपके दिमाग में क्लियर होनी चाहिए। तो उनमें एक काम हमारा होता है कि ड्रग्स, दवाइयाँ जो नशीली दवाइयाँ मिलती हैं, दी जाती हैं, जो एक वजह होती है पेशेंट की किडनी के ख़राब होने का, तो उन ड्रग्स को हम ड्रास्टिकली टेपर डाउन करते हैं, ड्रास्टिक टेपर डाउन। तो पहले तो मेंटल सेटअप ये करके आना है कि यहाँ आएंगे तो दवाइयाँ ड्रास्टिक टेपर डाउन हो सकती हैं। अगर आप उसके लिए तैयार हैं तो यहाँ पे आइए। जिनका डायलिसिस पे है तो डायलिसिस की नेचुरल डायलिसिस पे आ जाएगा। हम तो बड़े सिंपली पेशेंट को ये समझाते हैं कि दुनिया में कोई भी बीमारी जुबान पे लगाम नहीं है इसलिए आई है। अगर जुबान पे लगाम खाने के लिए है तो डॉक्टर से वास्ता नहीं पड़ेगा। दूसरा, जो हमारे कैंसर के पेशेंट्स हैं, कैंसर के पेशेंट्स ये पहले ही जैसे डायग्नोसिस होता है उम्मीद छोड़ देते हैं कि अब तो टिकट कट गया, अब तो जाने की तैयारी हो गई, और साइकोलॉजिकली बहुत लो हो जाते हैं। तो छोटी छोटी चीज़ें भी उनके लिए बड़ा घातक हो जाती हैं। हम सबसे पहले उनको ये समझाते हैं कि ये जो कैंसर है ये आपका अपना सेल है जो इस स्थिति में आया है। क्या कोई स्थिति ऐसी है जिससे हम इसको रिवर्स कर पाएँ, और हम वही ये करते हैं। ये जितने भी आप पेशेंट देख रहे हैं ये सभी कैंसर के पेशेंट हैं। हिम्स हॉस्पिटल में हम लोग आयुर्वेद की अम्ब्रेला के नीचे हम लोग काम करते हैं, और यहाँ पे बिना किसी दवाई के, बिना किसी सर्जरी के बीमारियों का इलाज करते हैं। लीवर रोग, किडनी रोग, हार्ट, सोराइसिस, कैंसर, ल्यूकोडर्मा, बीपी, शुगर, थायराइड, मोटापा, घुटनों का दर्द, या आप भी है इन जैसी किसी भी लाइलाज बीमारी से परेशान, तो अब आपको चिंता करने की कोई आवश्यकता नहीं है, क्योंकि हम लेकर आए हैं हिम्स के नाम से दिल्ली व चंडीगढ़ के अंदर 2 बड़े हॉस्पिटल हैं, जहां पर आपके खाने पीने रहने की सुविधा के साथ साथ एक ही छत के नीचे आयुर्वेद, पंचकर्मा, नेचुरोपैथी, होम्योपैथी, एलोपैथी व आहारीय चिकित्सा के माध्यम से आपकी बीमारी का सही समय पर सही समाधान किया जाता है। अगर आप भी चाहते हैं अपनी बीमारी का सही समाधान सही समय पर पाना, तो आप हमारे हिम्स हॉस्पिटल में आकर भी अपनी बीमारी का इलाज करवा सकते हैं। ਇਹ ਸਿਰਫ ਅੰਗਰੇਜ਼ਾਂ ਨੇ ਡਿਸਟਰੋਏ ਕੀਤਾ, ਉਹਦੇ 'ਚ ਆਪਾਂ ਕਿਸੇ ਹੋਰ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ। ਅੰਗਰੇਜ਼ਾਂ ਨੇ ਨੋਇੰਗਲੀ ਜਾਣ ਬੁੱਝ ਕੇ ਡਾਕੂਮੈਂਟਡ ਹੈ ਕਿ ਨੋਇੰਗਲੀ ਉਹਨਾਂ ਨੇ ਸਾਡਾ ਐਜੂਕੇਸ਼ਨ ਸਿਸਟਮ, ਸਾਡੀ ਸਿਹਤ ਸਿਸਟਮ, ਸਾਡਾ ਸਾਰਾ ਸਿਸਟਮ, ਸਾਡੀ ਵਿਜ਼ਡਮ ਕਿੱਦਾਂ ਉਹਨਾਂ ਨੇ ਅਟੈਕ ਕਰਕੇ ਆਪਣੀ ਇੱਕ ਬਹੁਤ ਸ਼ੋਧੀ ਜੀ ਇੱਕ ਜਿਹੜੀ ਸਮਝ ਹੈ ਉਹ ਸਾਡੇ ਉੱਪਰ ਲਾਗੂ ਕੀਤੀ, ਜਿਹੜੀ ਅੱਜ ਤੱਕ ਵੀ ਚੱਲ ਰਹੀ ਹੈ। ਆ ਪਿਛਲੇ 2 ਸਾਲ ਜੋ ਅਸੀਂ ਕਰ ਰਹੇ ਹਾਂ ਇਹ ਸਾਰੀ ਉਸੇ ਦਾ ਸਿਲਟਾ ਵੀ ਜੀ ਆਪਣੀ ਸੱਭਿਅਤਾ ਨੂੰ ਤਾਂ ਭੁੱਲ ਗਏ, ਆਪਣੇ ਆਯੁਰਵੇਦ ਨੂੰ ਭੁੱਲ ਗਏ, ਆਪਣੀ ਨੈਚੁਰੋਪੈਥੀ ਨੂੰ ਭੁੱਲ ਗਏ। ਅੱਗੇ ਉਹ ਇੱਕ ਸ਼ੋਧਾ ਜਿਹਾ ਸਿਸਟਮ ਉਹਨਾਂ ਦਾ ਅਡੋਪਟ ਕਰ ਲਿਆ, ਜਿਹਦੇ ਸਿਰ 'ਤੇ ਅਸੀਂ 2 ਸਾਲ ਹੋ ਗਏ ਅਸੀਂ ਉਲਝੇ ਪਏ ਹਾਂ ਇੱਕ ਜ਼ੁਕਾਮ 'ਚ ਉਲਝ ਗਏ ਅਸੀਂ। ਤਾਂ ਇਹ ਜਿਹੜਾ ਸਾਰਾ ਵਰਤਾਰਾ ਇਹ ਸਮਝਣਾ ਬਹੁਤ ਜ਼ਰੂਰੀ ਹੈ। ਅਤੇ ਉਹ ਹੈ ਕੁਆਂਟਮ। ਤਾਂ ਉੱਥੋਂ ਹੀ ਕੁਆਂਟਮ ਹੀਲਿੰਗ ਆਉਂਦੀ ਹੈ ਕਿ ਅਸੀਂ ਜੇ ਬਿਮਾਰ ਹੋ ਵੀ ਗਏ ਹਾਂ, ਕਿਉਂਕਿ ਅਸੀਂ ਉਸੇ ਮਿੱਟੀ ਦੇ ਬਣੇ ਹੋਏ ਹਾਂ, ਉਸੇ ਪਾਣੀ ਦੇ ਬਣੇ ਹੋਏ ਹਾਂ, ਉਸੇ ਹਵਾ ਦੇ ਬਣੇ ਹੋਏ ਜੋ ਹੈਗੀ ਹੈ ਬਾਹਰ, ਉਸੇ ਊਰਜਾ ਦੇ ਬਣੇ ਹੋਏ ਹਾਂ ਜੋ ਬਾਹਰ ਹੈਗੀ ਹੈ। ਜੇ ਉਹ ਸਾਨੂੰ ਬਣਾ ਸਕਦੀ ਹੈ, ਸਾਨੂੰ ਉਹ ਤੰਦਰੁਸਤ ਰੱਖ ਸਕਦੀ ਹੈ, ਰੱਖਣ ਦੀ ਸਮਰੱਥਾ ਰੱਖਦੀ ਹੈ, ਤਾਂ ਜੇ ਅਸੀਂ ਬਿਮਾਰ ਹੋ ਗਏ ਤਾਂ ਵਾਪਸ ਨਹੀਂ ਕਰ ਸਕਦੀ, ਵਾਪਸ ਵੀ ਤੰਦਰੁਸਤ ਕਰ ਸਕਦੀ ਹੈ। ਇਹੀ ਆਯੁਰਵੇਦ ਦਾ ਪ੍ਰਿੰਸੀਪਲ ਹੈ, ਇਹੀ ਨੈਚੁਰੋਪੈਥੀ ਦਾ ਪ੍ਰਿੰਸੀਪਲ ਹੈ ਕਿ ਉਹਨਾਂ ਹੀ ਤੱਤਾਂ ਨੂੰ ਵਰਤੋ ਜਿਹੜੇ ਤੱਤ ਤੁਹਾਡੇ ਕੁਦਰਤੀ, ਜਿਹਨਾਂ ਤੋਂ ਤੁਸੀਂ ਬਣੇ ਹੋ। ਕੁਦਰਤੀ ਨੈਚੁਰੋਪੈਥੀ 'ਚ ਮਿੱਟੀ ਦਾ ਲੇਪ ਕਰਦੇ ਹਾਂ, ਮਿੱਟੀ ਦਾ ਲੇਪ ਕਰਕੇ ਸਿਹਤਮੰਦ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਪਾਣੀ 'ਚ ਗਰਮ ਪਾਣੀ ਠੰਡੇ ਪਾਣੀ 'ਚ ਬਿਠਾਉਂਦੇ ਹਾਂ, ਨਹਾਉਂਦੇ ਹਾਂ, ਤਾਂ ਪੇਟ ਪੱਟੀ ਦਿੰਦੇ ਹਾਂ। ਕੋਈ ਖੇਤੀ 'ਚੋਂ ਪੈਦਾ ਹੋਇਆ ਤੇਲ ਜਿਹੜੇ ਨੇ ਉਹਨੂੰ ਵਰਤਦੇ ਹਾਂ, ਉਹਨੂੰ ਬਸਤੀਆਂ ਕਰਨ ਲਈ, ਠੇਕਾ ਦੇਣ ਲਈ। ਫਿਰ ਹਵਾ ਨੂੰ ਵਰਤਦੇ ਹਾਂ ਅਸੀਂ ਯੋਗਾ ਦੇ ਅੰਦਰ ਪ੍ਰਾਣਾਯਾਮ ਕਰਦੇ ਹਾਂ। ਸੂਰਜ ਦੀ ਗਰਮੀ 'ਚ ਧੁੱਪ, ਅਸੀਂ ਕਹਿੰਦੇ ਧੁੱਪ 'ਚ ਜਾਓ, ਸੂਰਜ ਦੀ ਧੁੱਪ ਲੈਂਦੇ ਹਾਂ। ਉਸ ਤੋਂ ਅੱਗੇ ਜਿਹੜੀ ਕੁਆਂਟਮ ਹੀਲਿੰਗ ਦੇ ਹੁਣ ਜਿਹੜੇ ਸੂਖਸ਼ਮ ਤਰੀਕੇ ਕੱਢੇ ਆ ਆਪਾਂ, ਉਹਦੀ ਵੀ ਗੱਲ ਕਰਨੀ ਹੈ
ਕਿ ਕਿਸ ਢੰਗ ਦੇ ਨਾਲ ਤੁਸੀਂ ਜਿਹੜੀ ਚੇਤਨਾ ਦੀ ਆਪਾਂ ਗੱਲ ਕੀਤੀ ਹੁਣੇ, ਕਿਉਂਕਿ ਮੇਰੇ ਗੱਲ ਕਰਨ ਨਾਲ ਜਾਂ ਤੁਹਾਡੇ ਗੱਲ ਸੁਣਨ ਨਾਲ ਚੇਤਨਾ ਨੇ ਬਦਲ ਨਹੀਂ ਜਾਣਾ ਇੱਕਦਮ ਕਿਸੇ ਦੀ ਨੇ। ਉਹ ਚੇਤਨਾ ਨੂੰ ਉੱਥੇ ਸਥਿਤ ਕਰਨ ਲਈ ਕਿ ਇੱਥੇ ਹਰ ਪਲ ਸਾਡੀ ਚੇਤਨਾ ਇੱਥੇ ਸਥਿਤ ਰਵੇ ਕਿ ਮੈਂ ਨਹੀਂ ਹੋਈ, ਮੈਂ ਕੀ ਹਾਂ, ਮੈਂ ਪੂਰਾ ਕਾਸਮੋਸ ਹਾਂ। ਜਿਹੜਾ ਕ੍ਰਿਸ਼ਨ ਭਗਵਾਨ ਨੇ ਕੀਤਾ ਕਿ ਨਾ ਵਿਰਾਟ ਰੂਪ, ਆਹੀ ਵਿਰਾਟ ਰੂਪ ਹੈ ਨਾ। ਉਹ ਤਾਂ ਫਿਲਮ 'ਚ ਦਿਖਾਤਾ ਉਹਨੇ ਵੀ ਉਹਨੂੰ ਵੱਡਾ ਸਾਰਾ ਹੋ ਗਿਆ, ਤਾਂ ਉਹ ਤਾਂ ਦਿਖਾਉਣ ਦਾ ਇੱਕ ਸਿੰਪਲ ਬੰਦੇ ਨੂੰ ਸਮਝਾਉਣ ਦਾ ਤਰੀਕਾ ਹੈ। ਲੇਕਿਨ ਕ੍ਰਿਸ਼ਨ ਭਗਵਾਨ ਨੇ ਉਹਨੂੰ ਅਰਜਨ ਨੂੰ ਆਰਗੂਮੈਂਟ ਦੇ ਕੇ, ਦਲੀਲ ਦੇ ਕੇ ਸਮਝਾਇਆ ਕਿ ਤੂੰ ਕੋਈ ਵੱਖਰੀ ਚੀਜ਼ ਨਹੀਂ ਹੈ, ਤੂੰ ਇੱਕ ਵਿਸ਼ਾਲ ਕਾਸਮੋਸ ਦਾ ਹਿੱਸਾ ਹੈ ਅਤੇ ਉਹਦੀ ਜੋ ਡਿਊਟੀ ਬਣਦੀ ਹੈ, ਉਹਦੇ ਜੋ ਉਸ ਵੇਲੇ ਦੇ ਸਮੇਂ ਦੀ ਮੰਗ ਹੈ, ਉਹਦੇ ਹਿਸਾਬ ਨਾਲ ਤੂੰ ਐਕਟ ਕਰ। ਉਹ ਤੇਰੀ ਵਿਸ਼ਾਲ ਡਿਊਟੀ ਹੈ। ਤੇਰੇ ਰਿਸ਼ਤੇਦਾਰੀਆਂ ਬਾਅਦ ਦੀਆਂ ਗੱਲਾਂ ਤਾਂ ਤੇਰੀਆਂ ਹੁਣ ਬਣੀਆਂ ਨੇ। ਤੂੰ ਉਸ ਕਾਸਮੋਸ ਦੀ ਉਸ ਪੂਰੇ ਦੀ ਹੈ ਅਤੇ ਉਸ ਕਾਸਮੋਸ ਦੇ ਅੰਦਰ ਇਸ ਵੇਲੇ ਤੇਰੀ ਡਿਊਟੀ ਬਣਦੀ ਉਹ ਕਰ। ਤਾਂ ਉਹ ਜਿਹੜੀ ਚੇਤਨਾ ਦੇ ਵਿੱਚ ਸਥਿਤ ਰਹਿਣਾ ਹਰ ਪਲ, ਜਿਹੜਾ ਮਨੁੱਖ ਉਸ ਚੇਤਨਾ ਸਥਿਤ ਰਹਿ ਸਕਦਾ ਹਰ ਪਲ ਦਾ ਮਤਲਬ ਹਰ ਪਲ, ਸੁੱਤੇ ਵੀ, ਜਾਗਦੇ ਵੀ, ਕੰਮ ਕਰਦੇ ਵੀ, ਕੁਛ ਵੀ ਕਰ ਰਹੇ ਹਾਂ ਅਸੀਂ ਇਸ ਚੇਤਨਾ ਨੂੰ ਅਗਰ ਜਿਉਂਦਾ ਰੱਖੀਏ, ਇਸ ਚੇਤਨਾ ਨੂੰ ਅਗਰ ਜਾਗਰਤ ਰੱਖੀਏ ਕਿ ਮੈਂ ਹੀ ਕਾਸਮੋਸ ਹਾਂ, ਮੇਰਾ ਇੱਕ ਵਿਕਰਾਲ ਰੂਪ ਹੈ ਅਤੇ ਮੇਰਾ ਇੱਕ ਇਕਾਈ ਰੂਪ ਹੈ। ਦੋ ਰੂਪ ਨੇ ਮੇਰਾ ਇੱਕ ਇਕਾਈ ਰੂਪ ਹੈ, ਮੇਰੀਆਂ ਕੁਛ ਡਿਊਟੀਆਂ ਨੇ ਉਹ ਵੀ। ਉਹ ਇਕਾਈ ਜਿਹੜੀ ਹੈ ਵੱਡੀ ਇਕਾਈ ਨਾਲ ਜੁੜੀ ਹੋਈ ਹੈ। ਵੱਡੀ ਇਕਾਈ ਕੀ ਹੈ? ਇੱਕ ਤਾਂ ਮੇਰੇ ਤੋਂ ਫੌਰੀ ਹੈ, ਉਹ ਵੀਨੈਸ ਮੇਰੀ ਫੈਮਿਲੀ ਹੈ, ਮੇਰੇ ਦੋਸਤ ਨੇ, ਮੇਰੇ ਕੋਲੀਗਸ ਨੇ ਜਿਹਨਾਂ ਨਾਲ ਮੇਰਾ ਰੋਜ਼ ਵਾਹ ਪੈ ਰਿਹਾ ਉਹ ਨੇ। ਫਿਰ ਉਸ ਤੋਂ ਅੱਗੇ ਮੇਰਾ ਮੁਹੱਲਾ ਹੈ, ਫਿਰ ਮੇਰਾ ਸ਼ਹਿਰ ਹੈ, ਫਿਰ ਮੇਰੀ ਸਟੇਟ ਹੈ, ਫਿਰ ਮੇਰਾ ਕੰਟਰੀ ਹੈ, ਫਿਰ ਪੂਰੀ ਮਨੁੱਖਤਾ ਹੈ। ਫਿਰ ਮਨੁੱਖਤਾ ਧਰਤੀ ਦੇ ਉੱਪਰ ਬੜੀ ਸਾਰੀ ਕੁਦਰਤ ਹੈ। ਉਹ ਕੁਦਰਤ ਹੁਣ ਸੂਰਜ ਪਰਿਵਾਰ ਦੀ ਹੈ। ਸੂਰਜ ਅੱਗੇ ਫਿਰ ਕਰੋੜਾਂ ਕਰੋੜ ਸੂਰਜਾਂ ਚੋਂ ਇੱਕ ਹੈ, ਫਿਰ ਕਰੋੜਾਂ ਕਰੋੜ ਗਲੈਕਸੀਆਂ ਨੇ, ਫਿਰ ਉਹ ਹਿਊਜ ਕਾਸਮੋਸ ਹੈ ਪਰਮਾਤਮਾ। ਤਾਂ ਇਹ ਚੇਤਨਾ ਜਿਹੜੀ ਹੈ, ਅਤੇ ਮੈਂ ਉੱਥੋਂ ਪੈਦਾ ਹੋਇਆ, ਉਸੇ ਕੁਆਂਟਮ ਊਰਜਾ 'ਚੋਂ ਮੈਂ ਪੈਦਾ ਹੋਇਆ, ਉਸੇ ਕੁਆਂਟਮ ਊਰਜਾ 'ਚ ਮੈਂ ਵਾਪਸ ਰਲਣਾ ਹੈ। ਮੇਰੀ ਇੱਕ ਸੀਮਤ ਉਮਰ ਹੈ। ਪਦਾਰਥ ਦੇ ਅੰਦਰ ਆ ਕੇ ਉਹ ਅਮਰ ਨਹੀਂ ਹੈ। ਹੁਣ ਮੈਂ ਅਮਰ ਨਹੀਂ ਹਾਂ, ਮੈਂ ਅਜ਼ਰ ਨਹੀਂ ਹਾਂ। ਮੈਂ ਜਨਮਿਆ, ਮੈਂ ਜਵਾਨ ਹੋਇਆ, ਮੈਂ ਬੁੱਢਾ ਹੋਇਆ, ਮੈਂ ਵਾਪਸ ਉਸੇ 5 ਤੱਤਾਂ 'ਚ ਵਿਲੀਨ ਹੋਣਾ। ਅਤੇ ਉਹ ਤੱਤ 'ਚ ਵਿਲੀਨ ਹੋ ਕੇ ਮੇਰੀ ਮੌਤ ਨਹੀਂ ਹੈ। ਉਹ 5 ਤੱਤਾਂ 'ਚ ਗੇੜੇ ਗੂੜੇ ਦੇ ਕੇ ਅਲੱਗ-ਅਲੱਗ ਰੂਪਾਂ 'ਚ ਵਿਚਰਦੇ ਰਹਿਣਾ। ਮੈਂ ਕਾਸਮੋਸ ਹਾਂ। ਮੈਂ ਉਹ ਪਰਮਾਤਮਾ ਦਾ ਹੀ ਇੱਕ ਕਣ ਰੂਪ ਹਾਂ। ਪਰਮਾਤਮਾ ਵੱਡਾ ਹੈ, ਮੈਂ ਛੋਟਾ। ਮੈਂ ਉਹ ਕਣ ਰੂਪ ਹਾਂ। ਕੱਲ੍ਹ ਨੂੰ ਮੈਂ ਕਿਸੇ ਹੋਰ ਕਣ ਰੂਪ 'ਚ ਕੋਈ ਹੋਰ ਕਣ ਬਣ ਕੇ ਨਿਕਲੂੰਗਾ। ਤਾਂ ਉਹ ਜਿਹੜਾ ਸਾਰੇ ਦਾ ਸਾਰੇ ਜਿਹੜੀ ਇਹ ਚੇਤਨਾ ਹੈ, ਜਦੋਂ ਇਸ ਚੇਤਨਾ 'ਚ ਸਥਿਤ ਹੋ ਕੇ ਆਪਾਂ ਰਹਾਂਗੇ ਅਤੇ ਸਾਨੂੰ ਇਹ ਗੱਲ ਬੜੀ ਆਰਾਮ ਨਾਲ ਸਮਝ ਆ ਜਾਏਗੀ ਕਿ ਇਸੇ ਚੇਤਨਾ ਨੂੰ ਮੈਂ ਹੀਲਿੰਗ ਲਈ ਕਿਵੇਂ ਯੂਜ਼ ਕਰਨਾ, ਇਸ ਚੇਤਨਾ ਨੂੰ ਜਾਗਰਤ ਕਿਵੇਂ ਕਰਨਾ। ਇਹ ਚੇਤਨਾ ਕਹਿਣ ਨਾਲ ਨਹੀਂ ਆਏਗੀ। ਆਪਾਂ ਬਿਲਕੁਲ ਵੀ ਆਸ ਨਹੀਂ ਮੈਨੂੰ ਕਿ ਸਾਡੇ ਜਿਹੜੇ ਸੁਣਨ ਵਾਲੇ ਸਰੋਤੇ ਨੇ ਉਹਨਾਂ ਦੇ ਮੇਰੇ ਕਹਿਣ ਨਾਲ ਜਾਂ ਆਪਣੇ ਪ੍ਰੈਜ਼ੈਂਟ ਕਰਨ ਨਾਲ ਇੱਕਦਮ ਇਸ ਚੇਤਨਾ 'ਚ ਸਥਿਤ ਹੋ ਜਾਣਗੇ। ਉਹ ਲੇਕਿਨ ਉਹਦਾ ਆਪਾਂ ਇੱਕ ਤਰੀਕਾ ਸਮਝਾਵਾਂਗੇ ਕਿ ਸੌਖਾ ਜਿਹਾ ਤਰੀਕਾ ਕੀ ਹੈ, ਉਹਨੂੰ ਮੈਡੀਟੇਸ਼ਨ ਕਹਿੰਦੇ ਆਪਾਂ। ਮੈਡੀਟੇਸ਼ਨ ਦੇ ਦੌਰਾਨ ਆਪਾਂ ਇਹੋ ਜਿਹੀ ਟੈਕਨੀਕ ਯੂਜ਼ ਕਰਦੇ ਹਾਂ ਕਿ ਅਸੀਂ ਇਸ ਰਿਐਲਿਟੀ 'ਚ ਸਥਿਤ ਹੋ ਜਾਈਏ। ਅਤੇ ਮੈਡੀਟੇਸ਼ਨ ਦੇ ਦੌਰਾਨ ਉਹ ਐਕਸਪੀਰੀਅੰਸ ਸਾਨੂੰ ਹੋਣ ਲੱਗ ਜਾਂਦੇ ਆ, ਅਸੀਂ ਕਨਵਿੰਸ ਹੋਣ ਲੱਗ ਜਾਂਦੇ ਹਾਂ। ਪਰ ਜੇ ਇੱਕ ਗੱਲ ਤੋਂ ਚੇਤੰਨ ਰਹਿਣਾ ਚਾਹੀਦਾ ਮੈਡੀਟੇਸ਼ਨ ਕਰਨ ਵਾਲੇ ਬੰਦੇ ਨੂੰ। ਮੈਡੀਟੇਸ਼ਨ ਤੋਂ ਜੇ ਬੰਦਾ ਚੇਤੰਨ ਨਹੀਂ ਹੈ ਕਿ ਮੈਂ ਇਸ ਬੜੇ ਸਰੂਪ ਦਾ ਹਿੱਸਾ, ਤਾਂ ਕਈ ਵਾਰੀ ਮੈਡੀਟੇਸ਼ਨ ਦੇ ਦੌਰਾਨ ਇਹੋ ਜਿਹੇ ਐਕਸਪੀਰੀਅੰਸਿਸ ਹੁੰਦੇ ਆ ਜਦੋਂ ਉਹਨੂੰ ਇਹ ਲੱਗਦਾ ਕਿ ਮੈਂ ਨਹੀਂ ਹਾਂ, ਤਾਂ ਫਿਰ ਘਬਰਾ ਜਾਂਦਾ ਬੰਦਾ, ਕਿਉਂਕਿ ਉਹ ਆਦੀ ਹੋ ਗਿਆ ਇਹ ਸੋਚਣ ਲਈ ਕਿ ਮੈਂ ਹੀ ਹਾਂ ਸਭ ਕੁਛ। ਜਦੋਂ ਮੈਡੀਟੇਸ਼ਨ ਦੇ ਦੌਰਾਨ ਉਹਨੂੰ ਫੀਲਿੰਗ ਆਉਂਦੀ ਕਿ ਮੈਂ ਨਹੀਂ ਹਾਂ, ਵੀ ਵੱਡੀ ਚੀਜ਼ ਹੈ ਮੇਰੇ ਤੋਂ ਬਾਹਰ, ਉਹ ਮੈਂ ਨਹੀਂ, ਤਾਂ ਫਿਰ ਘਬਰਾ ਜਾਂਦਾ ਵੀ ਮੈਂ ਨਹੀਂ ਹਾਂ। ਤਾਂ ਫਿਰ ਬਹੁਤ ਸਾਰੇ ਬੰਦੇ ਮੈਡੀਟੇਸ਼ਨ ਦੇ ਦੌਰਾਨ ਈਵਨ ਜੇ ਅਗਰ ਬਹੁਤ ਉਹ ਭੋਲੇ ਭਾਲੇ ਹੋਣ, ਤਾਂ ਬਹੁਤੇ ਭੋਲੇ ਹੋਣ, ਫਿਰ ਤਾਂ ਕੁਛ ਨਹੀਂ ਹੁੰਦਾ ਉਹਨਾਂ ਨੂੰ। ਫਿਰ ਤਾਂ ਨਾਲ ਲੀਡ ਪਰਮਾਤਮਾ ਕੁਦਰਤ ਲੀਡ ਕਰਦੀ ਹੈ। ਲੇਕਿਨ ਜੇ ਉਹਨਾਂ ਦੀ ਵਿਜ਼ਡਮ ਬਹੁਤ ਜ਼ਿਆਦਾ ਨੇ, ਉਹਦੇ ਆਈਡੀਆਜ਼ ਬਹੁਤ ਫਿਕਸ ਨੇ, ਤਾਂ ਉਹਨਾਂ 'ਚ ਇੰਨਾ ਕਲੈਸ਼ ਆ ਜਾਂਦਾ। ਉਹਦੀ ਜਿਹੜੇ ਪੁਰਾਣੇ ਐਕਸਪੀਰੀਅੰਸਿਸ ਨੇ ਉਹਦੇ ਮੈਂ ਵਾਲੇ, ਅਤੇ ਉਹਦੇ ਜਿਹੜੇ ਮੈਡੀਟੇਸ਼ਨ ਦੌਰਾਨ ਐਕਸਪੀਰੀਅੰਸ ਹੋਣਗੇ ਵੀਕਨੈਸ ਵਾਲੇ, ਉਹਦੇ ਦੌਰਾਨ ਕਲੈਸ਼ ਬਹੁਤ ਆ ਜਾਂਦਾ। ਅਤੇ ਕਲੈਸ਼ 'ਚ ਕਈ ਵਾਰੀ ਬੰਦੇ ਮੈਂਟਲੀ ਵੀ ਅਪਸੈਟ ਹੋ ਜਾਂਦੇ ਆ। ਇਸ ਕਰਕੇ ਬਹੁਤ ਅਲਰਟ ਰਹਿਣ ਦੀ ਲੋੜ ਹੁੰਦੀ ਆ ਕਿ ਮੈਡੀਟੇਸ਼ਨ ਜਿਹੜੀ ਆ ਉਹਦੇ ਨਾਲ ਸਾਇੰਸ ਨੂੰ ਵੀ ਯੂਜ਼ ਕਰਨਾ ਕਿ ਮੈਂ ਇੱਕ ਲਾਰਜਰ ਟਰੂਥ ਦਾ ਪਾਰਟ ਹਾਂ। ਜਾਂ ਫਿਰ ਕਿਸੇ ਦੀ ਸੁਪਰਵਿਜ਼ਨ 'ਚ ਕਰਨਾ। ਹਾਂ, ਜੇ ਤੁਹਾਨੂੰ ਐਕਸਪੀਰੀਅੰਸਿਸ ਹੋ ਰਹੇ ਹੈ ਜਿਹੜੇ ਤੁਹਾਨੂੰ ਡਿਸਟਰਬ ਕਰ ਰਹੇ ਆ, ਤਾਂ ਤੁਸੀਂ ਡਿਸਕਸ ਕਰ ਲਓ
ਮੇਰੇ ਨਾਲ ਕੱਲ੍ਹ ਹੀ ਮੇਰੇ ਇੱਕ ਦੋਸਤ ਨੇ ਡਿਸਕਸ ਕੀਤੇ ਕਿ ਮੈਨੂੰ ਇੱਦਾਂ ਦੇ ਐਕਸਪੀਰੀਅੰਸਿਸ ਹੋ ਰਹੇ ਕਈ ਵਾਰੀ ਵੀ ਮੈਂ ਤਾਂ ਹਾਂ ਹੀ ਨਹੀਂ, ਮੈਂ ਕਹਿੰਦਾ ਡਿਸਟਰਬ ਹੋ ਗਿਆ ਬਹੁਤ ਜਦੋਂ ਮੈਨੂੰ ਇਹ ਲੱਗਿਆ ਮੈਂ ਤਾਂ ਹੈ ਹੀ ਨਹੀਂ। ਮੈਂ ਕਿਹਾ ਇਹ ਡਿਸਟਰਬ ਹੋਣ ਵਾਲੀ ਗੱਲ ਥੋੜ੍ਹਾ ਹੈ, ਇਟਸ ਗੁੱਡ ਸਾਈਨ, ਅੱਛਾ ਸਾਈਨ ਹੈ ਜੇ ਤੈਨੂੰ ਇਹ ਲੱਗਿਆ, ਕਿਉਂਕਿ ਤੇਰੀ ਮੈਂ ਜਿਹੜੀ ਹੈ ਉਹ ਮਰ ਰਹੀ ਹੈ। ਜਦੋਂ ਮੈਂ ਮਰੇਗੀ ਤਾਂ ਮੈਂ ਬਹੁਤ ਔਖੀ ਮਰਦੀ ਹੈ, ਬੜੀ ਢੀਠ ਹੈ, ਬੜੀ ਢੀਠ ਹੈ, ਵਾਰ-ਵਾਰ ਵਾਪਸ ਆਏਗੀ। ਤੁਸੀਂ ਇਹਨੂੰ ਕੋਸ਼ਿਸ਼ ਕਰੋਗੇ ਵੀ ਇਹ ਵੀਕਨੈਸ 'ਤੇ ਜਾਵਾਂ ਮੈਂ, ਨਾ ਉਹ ਫਿਰ ਕਹੇਗੀ ਨਹੀਂ ਮੈਂ ਹੀ ਹਾਂ, ਕਿਉਂਕਿ ਮੈਂ ਬਹੁਤ ਸੰਸਕਾਰ ਬਹੁਤ ਲੰਬੇ ਨੇ। ਕੁਛ ਲੋਕ ਤਾਂ ਕਹਿੰਦੇ ਪਿਛਲੇ ਜਨਮਾਂ ਦੇ ਸੰਸਕਾਰ ਵੀ ਆਉਂਦੇ, ਚਲੋ ਪਿਛਲੇ ਜਨਮਾਂ ਨੂੰ ਭੁੱਲ ਜਾਈਏ, ਆਪਾਂ ਛੱਡੋ। ਆਪਾਂ ਬਚਪਨ ਤੋਂ ਲੈ ਕੇ ਜਨਮ ਤੋਂ ਲੈ ਕੇ ਕੁਛ ਸੰਸਕਾਰ ਸਾਡੇ ਅੰਦਰ ਬਣ ਜਾਂਦੇ ਆ, ਤਾਂ ਉਹ ਸੰਸਕਾਰ ਬਹੁਤ ਗਹਿਰੇ ਜਾਂਦੇ ਆ। ਤਾਂ ਉਹ ਸੰਸਕਾਰ ਕਾਹਦੇ 'ਤੇ ਬੇਸ ਨੇ? ਨਿੱਕੇ ਜਿਹੇ ਬੱਚੇ ਨੂੰ ਅਸੀਂ ਕਹਿ ਦਿੰਦੇ ਹਾਂ ਤੂੰ, ਮੈਂ ਫਸਟ ਹੋਣਾ, ਨਰਸਰੀ 'ਚ ਫਸਟ ਹੋਣਾ, ਮੇਰਾ ਬੱਚਾ ਹੈ, ਮੈਂ ਇੱਦਾਂ, ਮੈਂ ਤੁਸੀਂ ਦੇਖਿਆ ਨਿੱਕੇ ਨਿੱਕੇ ਬੱਚੇ ਮੈਂ ਕਰਦੇ ਆ। ਜੋ ਤੁਸੀਂ ਛੋਟਾ ਜਿਹਾ ਬੱਚਾ ਹੁੰਦਾ ਜਿਹਨੂੰ ਅਜੇ ਹੋਸ਼ ਨਹੀਂ ਸੰਭਾਲੀ ਹੁੰਦੀ, ਉਹਦੇ 'ਚ ਕੋਈ ਮੈਂ ਹੁੰਦੀ ਆ, ਉਹਦੇ ਸਾਹਮਣੇ ਜਿਹੜਾ ਆ ਜਾਵੇ ਹੱਸ ਕੇ ਹੱਸੂਗਾ, ਉਹਦੇ ਨਾਲ ਹੀ ਉਹ ਹੱਸਣਾ ਸ਼ੁਰੂ ਕਰ ਦਿੰਦਾ। ਗੁਰਬਾਣੀ ਦੇ ਵਿੱਚ ਵੀ ਇੱਕ ਜਗ੍ਹਾ ਜ਼ਿਕਰ ਆਉਂਦਾ ਜਿਹਦਾ ਅਰਥ ਇਹ ਨਿਕਲਦਾ ਹੈ ਕਿ ਬੱਕਰਾ ਸਾਰੀ ਉਮਰ ਮੈਂ ਕਰਦਾ ਮਰ ਜਾਂਦਾ, ਅਤੇ ਜਦੋਂ ਮਰਨ ਤੋਂ ਬਾਅਦ ਉਹ ਰੂਹ ਪਿੰਜਣ ਵਾਲਾ ਇੱਕ ਤੂੰ ਬਣਦਾ ਨਹੀਂ, ਉਹ ਜਿਹੜਾ ਤੁਮ ਉਹ ਤੇ ਮਰਨ ਤੋਂ ਬਾਅਦ ਜਿਹੜਾ ਉਹਦੀ ਉਹ ਖਲਦਾ ਉਹ ਬਣਦਾ ਹੈਗਾ, ਉਹ ਤੁਮ ਕਰਦਾ ਫਿਰ। ਠੀਕ ਹੈ, ਮਰਨ ਤੋਂ ਬਾਅਦ ਤੁਮ ਨਿਕਲਦਾ। ਬਿਲਕੁਲ। ਰੂਹ ਨਹੀਂ ਪਹਿਲਾਂ ਉਹਦੇ ਨਾਲ ਪਿੰਜਦੇ ਹੁੰਦੇ ਸੀ, ਉਹ ਤੁਣਕੇ ਜਿਹੇ ਨਾਲ, ਤਾਂ ਮਤਲਬ ਮਰਨ ਤੋਂ ਬਾਅਦ ਜਿਹੜਾ ਤੁਮ ਨਿਕਲਦਾ। ਜੇ ਪਹਿਲਾਂ ਹੀ ਮੈਂ ਨਾ ਬੋਲਿਆ ਹੁੰਦਾ ਤੇ ਤੁਮ ਦੇ ਵਿੱਚ ਜਾਣਾ ਨਹੀਂ ਜਾਂਦਾ। ਸੋ ਇਹ ਜਿਹੜੀ ਮੈਂ ਇੰਨੀ ਸਟਰੋਂਗ ਹੁੰਦੀ ਹੈ ਕਿ ਇਹ ਬਹੁਤ ਸਾਰੀਆਂ ਵਿਕਰਤੀਆਂ, ਬਹੁਤ ਸਾਰੀਆਂ ਬਿਮਾਰੀਆਂ ਦੀ ਜੜ ਹੁੰਦੀ ਹੈ। ਬਹੁਤ ਵਾਰੀ ਤੈਨੂੰ ਠੀਕ ਨਹੀਂ ਹੋਣ ਦਿੰਦੀ। ਅੱਛਾ, ਬਹੁਤ ਵਾਰੀ ਲੋਕ ਕਹਿਣਗੇ ਵੀ ਮੈਨੂੰ ਤਾਂ ਚਾਹ ਬਹੁਤ ਪਸੰਦ ਹੈ, ਮੈਂ ਨਹੀਂ ਚਾਹ ਛੱਡ ਸਕਦਾ। ਉਹ ਮੈਂ ਨੂੰ ਇੰਨਾ ਸਟਰੋਂਗ ਕਰ ਲਿਆ ਉਹਨੇ ਵੀ ਮੈਂ ਨਹੀਂ ਚਾਹ ਛੱਡ ਸਕਦਾ। ਕੋਈ ਕਹੇਗਾ ਮੈਂ ਨਹੀਂ ਕਣਕ ਛੱਡ ਸਕਦਾ, ਮੈਂ ਤਾਂ ਦੁੱਧ ਜ਼ਰੂਰ ਪੀਣਾ। ਬਹੁਤ ਮੁਰਗਾ ਦਾਰੂ ਪੀਣ ਵਾਲਾ ਕਹਿੰਦਾ ਨਹੀਂ, ਦਾਰੂ ਮੈਂ ਨਹੀਂ ਦਾਰੂ ਪੀਣਾ ਸਰਸਾ। ਤਾਂ ਮੈਂ ਨੂੰ ਇੰਨਾ ਸਟਰੋਂਗ ਕਰ ਲਿਆ ਕਿ ਉਹਨਾਂ ਨੂੰ ਪੁੱਛੇ ਵੀ ਜੇ ਤੈਨੂੰ ਨਾ ਕੁਛ ਮਿਲੇ ਤਾਂ ਫਿਰ ਕੀ ਹੋਊਗਾ? ਜੇ ਤੈਨੂੰ ਤੇਰੀ ਬੰਦ ਕਰਦੀ ਹੈ ਫਿਰ ਤੂੰ ਜਿਉਂਦਾ ਮਰ ਜਾਏਗਾ, ਫਿਰ ਵੀ ਜਿਉਂਦਾ ਰਹੇਗਾ ਤੂੰ, ਬਹੁਤ ਸੋਹਣਾ। ਤੂੰ ਐਵੇਂ ਹੀ ਮਤਲਬ ਔਰ ਇੰਨੀ ਕੁ ਬਹੁਤ ਜ਼ਿਆਦਾ ਵੀ ਨਹੀਂ ਆਪਾਂ ਕਹਿ ਸਕਦੇ। ਅਸੀਂ ਦੇਖਿਆ ਕਿ 21 ਦਿਨ ਅਗਰ ਬੰਦਾ ਆਪਣੀ ਮੈਂ ਛੱਡ ਦੇਵੇ ਚੇਤਨ ਤੌਰ 'ਤੇ ਕਿਸੇ ਪਰਟੀਕੂਲਰ ਹੈਬਿਟ ਵਾਸਤੇ, ਤਾਂ 22ਵੇਂ ਦਿਨ ਉਹਦੀ ਮੈਂ ਜਿਹੜੀ ਆ ਉਹ ਬਹੁਤ ਕਮਜ਼ੋਰ ਪੈ ਜਾਂਦੀ ਹੈ। 21 ਦਿਨ ਬਹੁਤ ਲੜਦੀ ਆ, ਬਹੁਤ ਲੜਦੀ, ਬਾਰ-ਬਾਰ ਵਾਪਸ ਆਏਗੀ, ਉਹੀ ਖਾ, ਆਹੀ ਖਾ। ਦਾਰੂ ਵਾਲਿਆਂ ਨੂੰ ਕਹੇਗੀ ਦਾਰੂ ਪੀ, ਲੇਕਿਨ ਜੇ 21 ਦਿਨ ਅੜਿਆ ਰਿਹਾ ਤਾਂ 22ਵੇਂ ਦਿਨ ਉਹ ਜਿਹੜੀ ਉਹਦੀ ਉਹ ਬਹੁਤ ਕਮਜ਼ੋਰ ਪੈ ਜਾਏਗੀ, ਅਤੇ ਉਸ ਤੋਂ ਬਾਅਦ ਫਿਰ ਉਹਨੂੰ ਤੰਗ ਨਹੀਂ ਕਰੇਗੀ। ਸੋ ਬਹੁਤ ਡਰਨ ਦੀ ਲੋੜ ਨਹੀਂ, ਇੰਨੀ ਵੀ ਜ਼ਿਆਦਾ ਨਹੀਂ ਹੁੰਦੀ ਕਿ ਜੇ ਤੁਸੀਂ ਆਪਣੇ ਜਿਹਨੂੰ ਕਹਿੰਦੇ ਆ ਪੂਰਾ ਇਰਾਦਾ ਪੱਕਾ ਕਰ ਲਿਆ ਤਾਂ ਫਿਰ ਇਰਾਦੇ ਦੇ ਸਾਹਮਣੇ ਕੁਛ ਨਹੀਂ ਖੜਦਾ। ਪੱਕੇ ਇਰਾਦੇ ਦੇ ਸਾਹਮਣੇ ਕੁਛ ਨਹੀਂ ਖੜਦਾ। ਫਿਰ ਸਭ ਕੁਛ ਮੈਂ ਮੂੰਹ ਸਭ ਜਾਂਦੀ ਹੈ। ਜੇ ਇਰਾਦਾ ਕਰਕੇ ਬੰਦਾ ਮੈਡੀਟੇਸ਼ਨ ਦੇ ਟੈਕਨੀਕਸ ਪੈ ਜਾਵੇ ਤਾਂ ਉਹ ਜਿਹੜਾ ਹੈ ਉਹਦੇ 'ਚ ਮੈਡੀਟੇਸ਼ਨ ਦੇ ਟੈਕਨੀਕ ਬੜੇ ਸਿੰਪਲ ਨੇ, ਜਿਹਦੀ ਆਪਾਂ ਕਿਸੇ ਕਿ ਡੈਮੋਸਟ੍ਰੇਸ਼ਨ ਵੀ ਕਰਾਂਗੇ, ਡੈਮੋ ਵੀ ਕਰਾਂਗੇ। ਅੱਜ ਸਿਰਫ ਆਪਾਂ ਗੱਲ ਕਰ ਲੈਂਦੇ ਹਾਂ ਕਿ ਮੈਡੀਟੇਸ਼ਨ ਦਾ ਟੈਕਨੀਕ ਜਿਹੜਾ ਹੁੰਦਾ ਉਹਦੇ 'ਚ ਥਾਟ ਪ੍ਰੋਸੈਸ ਨੂੰ ਮਾਈਨਸ ਕਰਨਾ ਹੁੰਦਾ। ਹੁੰਦੇ ਨਹੀਂ ਸਰ, ਹੁੰਦੇ ਨਹੀਂ, ਬਹੁਤ ਔਖਾ। ਨਹੀਂ, ਉਹ ਇੱਦਾਂ ਨਹੀਂ ਹੁੰਦੇ, ਇੱਕ ਦਿਨ ਕਰਕੇ ਨਹੀਂ ਹੋਣਗੇ। ਉਹ ਪ੍ਰਕਿਰਿਆ ਜਿਹੜਾ ਥਾਟ ਪ੍ਰੋਸੈਸ ਹੁੰਦਾ ਹੈ, ਥਾਟ ਪ੍ਰੋਸੈਸ ਦੇ ਅੰਦਰ ਜਿਹੜਾ ਸਾਇੰਟੀਫਿਕ ਸਟੱਡੀਜ਼ ਹੋਈਆਂ ਸਾਈਕੋਲੋਜੀ ਦੀਆਂ, ਉਹ ਕਹਿੰਦੀਆਂ ਨੇ ਕਿ ਸਿਰਫ 10% ਥਾਟ ਹੁੰਦੇ ਆ ਤੁਹਾਨੂੰ ਜਿਹੜੇ ਆ ਰਹੇ ਹੁੰਦੇ ਆ, ਉਹ ਰੀਅਲੀ ਨੀਡਡ ਥਾਟਸ ਹੁੰਦੇ ਆ। 90% ਥਾਟ ਜਿਹੜੇ ਹੁੰਦੇ ਆ ਤੁਹਾਡੇ ਕੋਲ ਯੂਜ਼ਲੈਸ ਜਾਂ ਹਾਰਮਫੁਲ ਹੁੰਦੇ ਆ, ਉਹ ਫਾਲਤੂ ਹੀ ਤੁਹਾਡੀ ਮੈਂ ਦੇ ਆਲੇ ਦੁਆਲੇ ਘੁਮਾਈ ਜਾਂਦੇ ਤੁਹਾਨੂੰ। ਤਾਂ 90% ਥਾਟ ਜਿਹੜੇ ਨੇ ਉਹ ਡਰੋਪ ਹੋਣੇ ਹੁੰਦੇ ਆ, ਤਾਂ ਤੁਸੀਂ ਵਧੀਆ ਆਪਣੇ ਜਿਹਨੂੰ ਬੁੱਧੀ ਤੋਂ, ਵਿਵੇਕ ਤੋਂ, ਬ੍ਰੇਨ ਤੋਂ ਕੰਮ ਲੈ ਸਕਦੇ ਹੋ। ਨਹੀਂ ਤਾਂ ਤੁਹਾਨੂੰ ਜਿਹੜੇ 90% ਮੰਨ ਲਓ 50,000 ਥਾਟ ਨੇ, ਸਾਈਕੋਲੋਜੀ ਕਹਿੰਦੀ ਹੈ ਕਿ 50,000 ਥਾਟ 24 ਘੰਟਿਆਂ 'ਚ ਬੰਦੇ ਦੇ ਮਨ 'ਚੋਂ ਕ੍ਰਾਸ ਕਰਦੇ। ਤੁਸੀਂ ਇਮੈਜਿਨ ਕਰੋ 50,000 ਥਾਟ ਨੂੰ ਹੈਂਡਲ ਕਰਨਾ ਖਾਲਾਈ ਦਾ ਵਾੜਾ ਨਹੀਂ ਹੈ। 50,000 ਥਾਟਸ 24 ਘੰਟਿਆਂ 'ਚ, 24 ਘੰਟੇ 8 ਘੰਟੇ ਸੋ ਰਹੇ ਹੋ ਤੁਸੀਂ, ਬਾਕੀ ਤੁਸੀਂ ਹਿਸਾਬ ਲਾ ਲਓ ਕਿੰਨੇ ਜਮਘਟਾ ਮੱਚਿਆ ਹੋਇਆ। ਜਾਣੀ ਕਿ ਜਿਵੇਂ ਟ੍ਰੈਫਿਕ ਜਾਮ ਹੋਇਆ ਹੁੰਦਾ ਨਾ ਕਿਸੇ ਵੱਡੇ ਸ਼ਹਿਰ, ਟ੍ਰੈਫਿਕ ਜਾਮ ਹੋ ਜਾ, ਤੁਸੀਂ ਆਪ ਹਿਸਾਬ ਲਾ ਲਓ ਕਿੱਦਾਂ ਦਾ ਮਾਹੌਲ ਹੁੰਦਾ ਉੱਥੇ। ਮਾਰਾਮਾਰੀ ਪਈ ਹੁੰਦੀ ਹੈ, ਲਾਲਾ ਹੋਇਆ ਇੱਧਰੋਂ ਲੰਘਦਾ, ਉੱਧਰੋਂ ਲੰਘਦਾ, ਕੋਈ ਕਿਸੇ ਪਾਸੇ ਰੂਟ ਚੇਂਜ ਕਰਦਾ। ਤਾਂ 50,000 ਥਾਟ ਜਿਹੜੇ ਨੇ ਉਹ ਤੁਹਾਡੇ ਮਨ 'ਚ ਕ੍ਰਾਸ ਕਰਦੇ। ਉਹ 'ਚ 5,000 ਸਿਰਫ ਯੂਜ਼ਫੁਲ ਥਾਟਸ ਨੇ, ਬਾਕੀ ਜਿਹੜੀ ਹੈ 45,000 ਥਾਟਸ ਜਿਹੜੇ ਨੇ ਉਹ ਜਾਂ ਤਾਂ ਯੂਜ਼ਲੈਸ ਨੇ ਜਾਂ ਹਾਰਮਫੁਲ ਨੇ, ਉਲਟਾ ਹਾਰਮਫੁਲ ਨੇ। ਔਰ ਹਾਰਮਫੁਲ ਵੀ ਛੋਟੇ ਮੋਟੇ ਨਹੀਂ ਹੈ,
ਨੱਤ ਸਮਝੋ ਕਿ ਛੋਟੇ ਮੋਟੇ ਹੈ, ਬਿਮਾਰੀਆਂ ਦੀ ਜੜ ਨੇ ਉਹ। ਸਪੋਜ਼ ਤੁਹਾਨੂੰ ਇੱਕ ਥਾਟ ਆ ਰਿਹਾ ਵੀ ਫਲਾਣੇ ਬੰਦੇ ਨੇ ਜੀ ਫਲਾਣੇ ਟਾਈਮ ਤੇ ਮੇਰੀ ਬੜੀ ਬੇਇੱਜ਼ਤੀ ਕੀਤੀ ਸੀ, ਪਤਾ ਨਹੀਂ 10 ਸਾਲ ਹੋ ਗਏ ਉਹਨੂੰ, ਉਹ ਬੰਦਾ ਵੀ ਪਤਾ ਨਹੀਂ ਹੁਣ ਕਿੱਥੇ ਹੈ, ਮਰ ਗਿਆ ਕਿ ਜਿਉਂਦਾ ਹੈ। ਲੇਕਿਨ ਉਹ ਥਾਟ ਆ ਰਿਹਾ ਤੁਹਾਨੂੰ ਵੀ ਉਹ ਬੰਦੇ ਨੇ 45 ਸਾਲ 10 ਸਾਲ ਪਹਿਲਾਂ ਮੇਰੀ ਬਹੁਤ ਬੇਇੱਜ਼ਤੀ ਕੀਤੀ ਸੀ, ਮੈਂ ਉਹਨੂੰ ਸਬਕ ਸਿਖਾਉਣਾ ਬਾਕੀ ਹੈ ਮੇਰਾ, ਅਜੇ ਉਹਨੂੰ ਮਤਲਬ ਲੈਸਨ ਸਿਖਾਉਣਾ ਸੀਗਾ, ਬਸ ਸਿਖਾਇਆ ਨਹੀਂ ਹੈ। ਬੋਡੀ ਤੁਹਾਨੂੰ ਨਾਲ ਦੀਆਂ ਤਿਆਰ ਕਰਨਾ ਸ਼ੁਰੂ ਕਰ ਦੇਗੀ ਸਬਕ ਸਿਖਾਉਣ ਲਈ, ਤੁਹਾਡੇ ਅੰਦਰ ਸਟ੍ਰੈਸ ਹਾਰਮੋਨਸ ਬਣਾਉਣੇ ਸ਼ੁਰੂ ਕਰ ਦੇਗੀ। ਸਬਕ ਤਾਂ ਕੋਈ ਨਹੀਂ ਸਿਖਾਉਣਾ ਕਿਸੇ ਨੂੰ, ਨਾ ਤੁਹਾਡੀ ਜ਼ਰੂਰਤ ਹੈ ਨਹੀਂ, ਤੁਸੀਂ ਇੰਨੇ ਬਹਾਦਰ ਵੀ ਨਹੀਂ ਹੋ ਵੀ ਕੋਈ ਰਿਸਕ ਲੈ ਜਾਓ। ਲੇਕਿਨ ਬਾਡੀ ਦਾ ਇੱਕ ਮੈਕੈਨਿਜ਼ਮ ਬਣਿਆ ਹੋਇਆ ਕਿ ਜਿੱਦਾਂ ਦਾ ਥਾਟ ਇੱਥੇ ਆਏਗਾ ਬਾਡੀ ਉਹਦੇ ਅਕੋਰਡਿੰਗਲੀ ਸਿਕ੍ਰੀਸ਼ਨ ਸ਼ੁਰੂ ਕਰ ਦਿੰਦੀ ਹੈ। ਤੁਸੀਂ ਤੇ ਨੋਟ ਕੀਤਾ ਹੋਣਾ, ਤੁਸੀਂ ਖਾਣਾ ਖਾਣ ਲਈ ਤਿਆਰੀ ਕਰ ਰਹੇ ਹੋ, ਤੁਹਾਨੂੰ ਕੋਈ ਐਮਰਜੈਂਸੀ ਹੋਊਗੀ, ਫਿਰ ਭੁੱਖ ਕਿੱਥੇ ਜਾਂਦੀ ਹੈ? ਤੁਹਾਨੂੰ ਪਿਸ਼ਾਬ ਆਇਆ ਹੋਵੇ, ਲੈਟਰਿਨ ਆਈ ਹੋਵੇ, ਸਭ ਉੱਥੇ ਰੁਕ ਜਾਂਦਾ, ਉੱਥੇ ਰੁਕ ਜਾਂਦਾ, ਕੱਖ ਨਹੀਂ ਹੁੰਦਾ। ਬਸ ਤੁਹਾਡਾ ਹਾਰਟ ਤੇਜ਼ ਚੱਲਣ ਲੱਗ ਜਾਂਦਾ, ਤੁਹਾਡੀ ਜਿਹੜੀ ਸਾਹ ਤੇਜ਼ ਚੱਲਣ ਲੱਗ ਜਾਂਦਾ, ਤੁਹਾਡੇ ਪੱਠਿਆਂ ਦੇ ਅੰਦਰ ਖੂਨ ਰਸ਼ ਕਰਦਾ ਅਤੇ ਤੁਹਾਨੂੰ ਸਰੀਰ ਤਿਆਰ ਕਰ ਦਿੰਦਾ ਵੀ ਹੁਣ ਤੂੰ ਫਟਾਫਟ ਐਮਰਜੈਂਸੀ ਨਾਲ ਡੀਲ ਕਰ। ਭੁੱਖ ਪਿਆਸ ਸਭ ਖਤਮ, ਇੱਦਾਂ ਹੀ ਹੁੰਦਾ। ਉਹ ਤੁਹਾਨੂੰ ਅਗਲੇ ਪਲ ਉਸ ਤੁਹਾਨੂੰ ਪਤਾ ਲੱਗੇ ਵੀ ਤੁਹਾਡਾ ਐਮਰਜੈਂਸੀ ਤਾਂ ਐਵੇਂ ਸੁੱਟ ਹੋਈ ਸੀ, ਗਲਤ ਰੌਂਗ ਕਾਲ ਸੀ। ਇਹ ਨਹੀਂ ਵੀ ਕੋਈ ਅਸਲੀ ਐਮਰਜੈਂਸੀ ਵੀ ਜ਼ਰੂਰੀ ਹੋਵੇ, ਤੁਹਾਡੇ ਮਾਈਂਡ ਨੇ ਪਰਸੀਵ ਕੀਤਾ ਕਿ ਤੁਹਾਨੂੰ ਕੋਈ ਐਮਰਜੈਂਸੀ ਹੈ, ਅਗਲੇ ਪਲ ਦੂਜਾ ਫੋਨ ਆ ਜਾਂਦਾ, ਨਹੀਂ ਉਹ ਤਾਂ ਗਲਤ ਇਨਫੋਰਮੇਸ਼ਨ ਗਲਤ ਸੀ। ਫਿਰ ਬੰਦਾ ਕਹਿੰਦਾ ਓਹੋ ਤੂੰ ਤਾਂ ਮੇਰੀ ਜਾਨ ਹੀ ਕੱਢਤੀ ਸੀ, ਤੇ ਆਰਾਮ ਜਾਨ ਹੀ ਨਿਕਲ ਜਾਂਦੀ। ਹਾਂ, ਤੇ ਈਵਨ ਉਸ ਤੋਂ ਬਾਅਦ ਵੀ ਫਿਰ ਇੱਕਦਮ ਨਹੀਂ ਬੰਦਾ ਸੈੱਟ ਹੁੰਦਾ, ਕਾਫੀ ਟਾਈਮ ਲੱਗਦਾ ਬੰਦੇ ਨੂੰ ਸੈੱਟ ਹੁੰਦਿਆਂ ਨੂੰ। ਉਸ ਤੋਂ ਬਾਅਦ ਤੁਸੀਂ ਥੋੜ੍ਹਾ ਬਹੁਤਾ ਸੌਂਗੇ, ਆਰਾਮ ਕਰੋਗੇ, ਲੇਟੋਗੇ, ਪਾਣੀ ਪੀਓਗੇ, ਹੌਲੀ ਹੌਲੀ ਤੁਹਾਡੀ ਬਾਡੀ ਉਸ ਮੋਡ 'ਚੋਂ ਨਿਕਲੇਗੀ। ਇੱਦਾਂ ਹੀ ਕਰਦੀ ਹੈ ਬਾਡੀ। ਜਦੋਂ ਵੀ ਤੁਹਾਡੇ ਅੰਦਰ ਉਹ 45,000 ਗਲਤ ਥਾਟਸ ਹੁੰਦੇ ਨੇ, ਜਿਹਦੇ ਅੰਦਰ ਨੈਗੇਟਿਵਿਟੀ ਹੈ, ਕੋਈ ਨਫ਼ਰਤ ਦਾ ਥਾਟ ਹੈ, ਕੋਈ ਬਦਲੇ ਦਾ ਥਾਟ ਹੈ, ਕੋਈ ਕਿਸੇ ਨੇ ਤੁਹਾਨੂੰ ਹਾਰਮ ਕੀਤਾ ਸੀ, ਉਹਦੇ ਪ੍ਰਤੀ ਤੁਹਾਡੀ ਕੋਈ ਇੱਦਾਂ ਦੀ ਇੱਛਾ, ਮਾੜੀ ਇੱਛਾ ਆ ਗਈ, ਤਾਂ ਉਹ ਬਾਡੀ ਦੀਆਂ ਸਾਰੀਆਂ ਸਕ੍ਰੀਸ਼ਨ ਉੱਦਾਂ ਬਣ ਜਾਣਗੀਆਂ। ਸਕ੍ਰੀਸ਼ਨ ਬਣਨਗੀਆਂ ਤਾਂ ਕੀ ਹੋਊਗਾ? ਡਿਜ਼ੀਜ਼ ਹੋਣਗੀਆਂ, ਬਿਮਾਰੀਆਂ ਹੋਣਗੀਆਂ। ਤਾਂ ਇਸ ਤਰ੍ਹਾਂ ਹੀ ਸਾਰੇ ਦਾ ਸਾਰਾ ਕਿਤੇ ਨਾ ਕਿਤੇ ਤੁਸੀਂ ਦੇਖੋ ਕਿੰਨੇ ਝੂਠ ਆਪਾਂ ਨੇ ਪਿਛਲੇ ਸਮੇਂ 'ਚ ਸਾਡਾ ਵੱਡੇ ਝੂਠ ਕਿੱਦਾਂ ਬਣਦੇ ਆ। ਉਹ ਪਾਪੂਲੇਸ਼ਨ ਨਾਲ ਝੂਠ ਕਿੱਡਾ ਵੱਡਾ ਝੂਠ ਸੀਗਾ। ਆਬਾਦੀ ਵੱਧ ਰਹੀ ਹੈ, ਆਬਾਦੀ ਖਾ ਜਾਏਗੀ ਦੁਨੀਆ ਨੂੰ। ਖਾਇਆ ਤਾਂ ਹੈ ਨਹੀਂ ਕਿਸੇ ਨੇ, 100 ਸਾਲ ਤੋਂ ਰੌਲਾ ਪਾ ਰੱਖਿਆ ਇਹਨਾਂ ਨੇ ਵੀ ਆਬਾਦੀ ਖਾ ਜਾਏਗੀ ਦੁਨੀਆ ਨੂੰ। ਉਹ ਚੀਨ ਵਾਲੇ ਜਿਹੜੇ ਨੇ ਮਿੰਨਤਾਂ ਕਰ ਰਹੇ ਆ ਆਪਣੀ ਪਾਪੂਲੇਸ਼ਨ ਦੀਆਂ ਵੀ ਭਾਈ ਸਾਹਿਬ ਬੱਚੇ ਜ਼ਿਆਦਾ ਪੈਦਾ ਕਰੋ, ਉਹਨਾਂ ਨੇ ਉਹ ਦੇ ਦਿੱਤਾ, ਚਿਲਡਰਨ ਅਲਾਊਂਸ ਲਾ ਦਿੱਤਾ ਚੀਨ ਨੇ। ਉਹ ਕਹਿੰਦਾ ਜਿੰਨੇ ਮਰਜ਼ੀ ਬੱਚੇ ਪੈਦਾ ਕਰੋ, ਅਸੀਂ ਤੁਹਾਨੂੰ ਇੰਨੇ ਪੈਸੇ ਦੇਵਾਂਗੇ ਹਰ ਬੱਚੇ ਦੇ। ਜਿਹੜਾ ਚੀਨ ਅੱਜ ਤੋਂ 20 ਸਾਲ ਪਹਿਲਾਂ ਕਹਿੰਦਾ ਸੀ ਇੱਕ ਬੱਚੇ ਤੋਂ ਵੱਧ ਪੈਦਾ ਕਰੋਗੇ ਜੇਲ੍ਹ 'ਚ ਸਿੱਧਾ, ਅੱਜ ਉਹ ਇੱਥੇ ਆ ਗਿਆ ਕਿ ਵੀ ਬੱਚੇ ਪੈਦਾ ਕਰੋ, ਜਿੰਨੇ ਕਰ ਸਕਦੇ ਹੋ ਵੱਧ ਤੋਂ ਵੱਧ ਕਰੋ, ਜਿੰਨੇ ਬੱਚੇ ਪੈਦਾ ਕਰੋਗੇ ਉਨੇ ਪੈਸੇ ਤੁਹਾਨੂੰ ਪਰ ਮੰਥ ਮਿਲਣਗੇ ਬੱਚੇ ਨੂੰ ਪਾਲਣ ਵਾਸਤੇ। ਉਹ 200 ਸਾਲ ਤੋਂ ਬੇਵਕੂਫ ਬਣਾ ਰੱਖਿਆ ਸਾਰੀ ਹਿਊਮੈਨਿਟੀ ਨੂੰ ਵੀ ਉਹ ਆਬਾਦੀ ਖਾ ਜਾਏਗੀ, ਕੋਈ ਸਾਇੰਸ ਨਹੀਂ, ਉਹਦੇ ਪਿੱਛੇ ਕੁਛ ਨਹੀਂ ਹੈ। ਤਾਂ ਇੱਦਾਂ ਦਾ ਜਿਹੜੀ ਇਸ ਤਰ੍ਹਾਂ ਦੀ ਜਿਹੜੀਆਂ ਘਟਨਾਵਾਂ ਨੇ ਸਾਡੇ ਆਲੇ ਦੁਆਲੇ ਵਾਪਰਦੀਆਂ ਨੇ, ਜਦ ਤੱਕ ਅਸੀਂ ਉਹਨੂੰ ਥਰੂ ਐਂਡ ਥਰੂ ਨਹੀਂ ਦੇਖ ਲੈਂਦੇ, ਉਹਦਾ ਸੱਚ ਨਹੀਂ ਦੇਖ ਲੈਂਦੇ। ਸੋ ਅੱਜ ਲੋੜ ਹੈ ਸੱਚ ਨੂੰ ਬਹੁਤ ਗਹਿਰੇ ਜਾ ਕੇ ਜਾਣਨ ਦੀ। ਅੱਜ ਜਿਹੜਾ ਬੰਦਾ ਸੱਚ ਨਹੀਂ ਜਾਣ ਸਕਦਾ ਉਹ ਬਿਮਾਰ ਹੋਏਗਾ ਹੀ ਹੋਏਗਾ, ਉਹਦੇ ਕੋਲ ਕੋਈ ਚਾਰਾ ਨਹੀਂ ਹੈ। ਉਹ ਨਕਲੀ ਬਿਮਾਰ ਹੋਏਗਾ, ਰੌਂਗ ਇਲਾਜ ਕਰਾ ਕੇ ਬਿਮਾਰ ਹੋਏਗਾ। ਪਿਛਲੇ 2 ਸਾਲਾਂ 'ਚ ਜਿੰਨੇ ਲੋਕ ਹਸਪਤਾਲ ਗਏ ਉਹ ਮਰੇ ਕਿਉਂਕਿ ਟਰੀਟਮੈਂਟ ਰੌਂਗ ਸੀ। ਜਿਹੜੇ ਨਹੀਂ ਗਏ ਕੋਈ ਨਹੀਂ ਮਰਿਆ, ਇੱਕ ਵੀ ਬੰਦਾ ਮੈਨੂੰ ਉਹ ਦਿਖਾ ਦਿਓ ਜਿਹੜਾ ਹਸਪਤਾਲ ਨਾ ਗਿਆ ਹੋਵੇ ਅਤੇ ਮਰ ਗਿਆ ਹੋਵੇ ਘਰ 'ਚ। ਤਾਂ ਇਹ ਜਿਹੜਾ ਸਾਰੇ ਦਾ ਸਾਰਾ ਕਿਤੇ ਨਾ ਕਿਤੇ ਵਰਤਾਰਾ ਅਸੀਂ ਆਪਣੇ ਆਲੇ ਦੁਆਲੇ ਝੂਠ ਦਾ ਅੰਬਾਰ ਖੜਾ ਕਰ ਲਿਆ। ਉਹਦੇ 'ਚ ਇਹ ਵੀ ਝੂਠ ਦਾ ਅੰਬਾਰ ਹੈ ਮੈਨਸ ਵਾਲਾ। ਤਾਂ ਅਸੀਂ ਝੂਠ ਦੇ ਵੱਡੇ ਸਾਰੇ ਅੰਬਾਰ 'ਚ ਰਹੀ ਜਾ ਰਹੇ ਹਾਂ। ਤਾਂ ਉਸ ਅੰਬਾਰ 'ਚੋਂ ਨਿਕਲਣ ਵਾਸਤੇ ਸਾਨੂੰ ਬਹੁਤ ਜ਼ਰੂਰੀ ਹੈ ਕਿ ਟਰੂਥ ਸਮਝੀਏ। ਉਹਦੇ 'ਚ ਫਾਈਨਲ ਟਰੂਥ ਹੈ ਜਿਹੜੀ ਕਿ ਕਾਸਮਿਕ ਟਰੂਥ ਹੈ, ਕੁਆਂਟਮ ਊਰਜਾ ਫਾਈਨਲ ਹੈ, ਉਹ ਪ੍ਰਮਾਤਮਾ ਫਾਈਨਲ ਹੈ, ਉਹਨੂੰ ਪ੍ਰਮਾਤਮਾ ਕਹਿੰਦੇ ਆ, ਧਰਮ ਪ੍ਰਮਾਤਮਾ ਕਹਿੰਦਾ, ਉਹ ਫਾਈਨਲ ਹੈ। ਉਹ ਇੱਕ ਸਰਟਨ ਲਾਜ਼ ਦਾ ਤਹਿਤ ਚੱਲਦਾ, ਨਿਯਮਾਂ ਤਹਿਤ ਚੱਲਦਾ। ਉਹ ਨਿਯਮ ਸੁਪਰੀਮ ਨੇ। ਕੁਦਰਤ ਦਾ ਕਹਿੰਦੇ ਕੁਦਰਤ ਦਾ ਡੰਡਾ ਚੱਲਦਾ, ਬਹੁਤ ਤਿੱਖਾ ਹੁੰਦਾ ਉਹ। ਤਾਂ ਉਹ ਡੰਡਾ ਕੀ ਹੈ? ਹੁਕਮ ਹੈ। ਅਤੇ ਹੁਕਮ ਨੂੰ ਦੁੱਲੀ ਕਰੋਗੇ ਤਾਂ ਡੰਡਾ ਚੱਲੇਗਾ, ਬਿਮਾਰੀ ਆਏਗੀ, ਗਰੀਬੀ ਆਏਗੀ, ਕੁਦਰਤੀ ਆਫਤਾਂ ਆਉਣਗੀਆਂ। ਉਹ ਖੇਤੀ 'ਚ ਕਿੱਦਾਂ ਵੱਡਾ ਝੂਠ ਹੈ ਬਈ ਜ਼ਹਿਰ ਪਾਓ ਤਾਂ ਹੀ ਖਾਣਾ ਪੈਦਾ ਹੁੰਦਾ ਹੈ। ਦੱਸੋ, ਜ਼ਹਿਰ ਪਾਓ ਖੇਤੀ 'ਚ ਫਿਰ ਖਾਣਾ ਪੈਦਾ ਹੁੰਦਾ, ਇਹ ਝੂਠ ਹੈ। ਪਿਛਲੇ 100 ਸਾਲ ਤੋਂ ਫੈਲਾਈ ਜਾ ਰਹੇ ਹਾਂ। ਹੁਣ ਆ ਕੇ ਪ੍ਰੂਵ ਹੋ ਗਿਆ ਕਿ ਇਹ ਤਾਂ ਸਾਰਾ ਹੀ ਕੰਮ ਖਰਾਬ ਕਰਤਾ ਇਹਨਾਂ ਨੇ, ਸਾਰੀ ਤਬਾਹੀ ਕਰਤੀ। ਅੱਜ ਵੀ ਹਟ ਨਹੀਂ ਰਹੇ। ਸਭ ਤੋਂ ਵੱਡਾ ਝੂਠ ਹੈ ਮੈਂ ਕਹਿੰਦਾ ਦੁਨੀਆ ਮਨੁੱਖਤਾ ਨਾਲ ਬੋਲਿਆ ਗਿਆ ਵੀ ਖੇਤੀ 'ਚ ਜ਼ਹਿਰ ਪਾਓ ਅਤੇ ਉਹ ਜ਼ਹਿਰ ਵਾਲਾ ਖਾਣਾ ਖਾਓ।
ਤੇ ਜਾਂ ਤੋਂ ਬਿਨਾਂ ਖਾਣਾ ਨਹੀਂ ਹੋ ਸਕਦਾ। ਉਹ ਸਾਰਾ ਹੀ ਝੂਠ ਪ੍ਰੂਵ ਹੋਇਆ। ਅੱਜ ਸਾਡੇ ਆਪਣੇ ਕਿਸਾਨਾਂ ਨੇ ਸਿੱਧ ਕਰਤਾ ਕਿ ਕਣਕ ਨੂੰ ਛੱਡ ਕੇ, ਕਣਕ ਦੇ ਵਿੱਚ ਅਜੇ ਸਮੱਸਿਆ ਜਿਹੜੀ ਉਹ ਕਿਉਂਕਿ ਕਣਕ ਦਾ ਤਾਂ ਆਪਾਂ ਕੰਪੈਰੀਜ਼ਨ ਕਿਉਂ ਕਰਦੇ ਹਾਂ, ਕਿਉਂਕਿ ਕਣਕ ਜਿਹੜੀ ਹੈ ਹਾਈਬ੍ਰਿਡ ਕਣਕ ਲੈ ਕੇ ਆਏ, ਉਹਦਾ ਵੈਸੇ ਬਿਮਾਰੀਆਂ ਦਾ ਜੜ ਘਰ ਹੈ ਮੇਰਾ। ਅੱਜ ਸਾਨੂੰ ਕਹਿਣਾ ਪੈ ਰਿਹਾ ਵੀ ਕਣਕ ਨਾ ਖਾਓ, ਉਹਨੂੰ ਤੁਸੀਂ ਗਿਣਦੇ ਕਿਉਂ ਹੋ? ਤੁਸੀਂ ਕਣਕ ਨੂੰ ਛੱਡ ਕੇ ਬਾਕੀ ਕਿਸੇ ਫਸਲ ਦਾ ਝਾੜ ਨਹੀਂ ਕੱਢਦਾ, ਕਿਸੇ ਵੀ ਫਸਲ ਦਾ। ਸਬਜ਼ੀਆਂ ਦੇ ਝਾੜ ਉਲਟਾ ਵੱਧ ਜਾਂਦੇ ਆ, ਚੌਲਾਂ ਦਾ ਵੀ ਬਾਸਮਤੀ ਦਾ, ਈਵਨ ਬਾਸਮਤੀ ਦਾ ਝਾੜ ਵੱਧ ਜਾਂਦਾ। ਰਿਕਾਰਡ ਹੈ ਆਲੂਆਂ ਦਾ, ਰਿਕਾਰਡ ਹੈ ਹਾਈਐਸਟ ਯੀਲਡ ਆਰਗੈਨਿਕ ਦੀ ਹੈ, ਗੰਨੇ ਦਾ ਹਾਈਐਸਟ ਯੀਲਡ ਆਰਗੈਨਿਕ ਦੀ ਹੈ, ਟਮਾਟਰਾਂ ਦਾ ਹਾਈਐਸਟ ਯੀਲਡ ਉਹਦੀ ਹੈ। ਕਿੰਨੀਆਂ ਫਸਲਾਂ ਜਿਹਦੀ ਹਾਈਐਸਟ ਯੀਲਡ ਪ੍ਰੂਵ ਹੋਈ ਹੋਈ ਹੈ, ਉਹਦੇ ਨਾਲ ਕੰਪੀਟ ਨਹੀਂ ਕਰ ਸਕਿਆ। ਬਿਹਾਰ ਦੇ ਅੰਦਰ ਕਿਹੋ ਜਿਹਾ ਫਲ ਹੈ ਜਿਹਨੂੰ ਪਤਾ ਨਹੀਂ 5 ਲੱਖ ਅੰਬ ਲੱਗਦਾ, ਉਹਨੂੰ ਕੋਈ ਜ਼ਹਿਰ ਪਾਉਂਦਾ? 5 ਲੱਖ ਅੰਬ ਦਿੰਦਾ, ਉਹਦਾ ਗਿਨੀਜ਼ ਵਰਲਡ ਬੁੱਕ 'ਚ ਦਰਜ ਹੈ, ਦਰਖਤ ਹੈ ਅੰਬ ਦਾ। ਤਾਂ ਕੁਦਰਤ ਗ੍ਰੇਟ ਹੈ, ਕੁਦਰਤ ਮਾਂ ਹੈ। ਮਾਂ ਆਪਣੇ ਬੱਚਿਆਂ ਨੂੰ ਪਾਲਣ ਲਈ ਸਭ ਕੁਝ ਕਰਦੀ ਹੈ। ਉਹਨੂੰ ਕਹਿਣਾ ਵੀ ਇਹ 'ਚ ਆ ਵੀ ਹੈ, ਪਹਿਲਾਂ ਤਾਂ ਖਾਦਾਂ ਪਾਓ ਜੀ, ਫਿਰ ਪੈਸਟੀਸਾਈਡ ਪਾਓ ਜੀ, ਫਿਰ ਹਰਬੀਸਾਈਡ ਪਾਓ ਜੀ, ਪਾ ਕੇ ਅੱਜ ਜੋ ਡਾਕਟਰ ਸਾਹਿਬ ਦੱਸ ਰਹੇ ਸੀ, ਡਾਕਟਰ ਖਾਦੇ ਵਾਲੀ ਜਿਹੜੀ ਰਾਊਂਡ ਅਪ ਹੈ, ਉਹ ਸਾਊਥ ਪੋਲ ਦੇ ਪੈਂਗੁਇਨ 'ਚ ਵੀ ਮਿਲ ਰਹੀ। ਉੱਥੇ ਪੈਂਗੁਇਨ ਨੂੰ ਕੈਂਸਰ ਹੋਣਾ ਸ਼ੁਰੂ ਹੋ ਗਿਆ। ਦੱਸੋ, ਪੰਜਾਬ ਦੀ ਜਾਂ ਇੱਥੇ ਦੀ ਗ੍ਰੀਨ ਰੈਵੋਲੂਸ਼ਨ 'ਚ ਪਾਈ ਰਾਊਂਡ ਅਪ ਸਾਊਥ ਪੋਲ ਦੇ ਪੈਂਗੁਇਨ 'ਚ ਪਹੁੰਚ ਗਈ, ਹਵਾ ਰਾਹੀਂ, ਪਾਣੀ ਰਾਹੀਂ, ਅਤੇ ਉਹਨੂੰ ਕੈਂਸਰ ਹੋਣਾ ਸ਼ੁਰੂ ਹੋ ਗਿਆ। ਤਾਂ ਇਹ ਜਿਹੜਾ ਕਿਤੇ ਨਾ ਕਿਤੇ ਜਿਹੜਾ ਇਸ ਕਿਸਮ ਦਾ ਜਿਹੜਾ ਵਰਤਾਰਾ ਹੈ, ਉਹਨੂੰ ਸਮਝੀਏ ਆਪਾਂ। ਅਤੇ ਆਪਣੇ ਆਉਣ ਵਾਲੀਆਂ ਵੀਡੀਓਜ਼ ਦੇ ਅੰਦਰ ਆਪਾਂ ਜਿਹੜੀ ਗੱਲ ਕਰਾਂਗੇ, ਉਹ ਕਰਾਂਗੇ ਕਿ ਆਪਾਂ ਇਸ ਊਰਜਾ ਨੂੰ ਕਿਵੇਂ ਊਰਜਾ ਦੀਆਂ ਅੱਡ ਸ਼ਕਲਾਂ ਨੂੰ, ਊਰਜਾ ਦੀ ਸ਼ਕਲਾਂ ਕੀ ਨੇ? ਵੱਡੀ ਊਰਜਾ ਹੈ ਕਾਸਮਿਕ ਊਰਜਾ, ਬ੍ਰਹਿਮੰਡੀ ਊਰਜਾ ਜਿਹਨੂੰ ਪਰਮਾਤਮਾ ਕਹਿੰਦੇ, ਪਰਮਾਤਮਾ ਦਾ ਇੱਕ ਰੂਪ। ਉਸ ਤੋਂ ਛੋਟੀ ਉਹ ਆ ਗਈ ਫਿਰ ਸੂਰਜ। ਜਿਹੜੇ ਸੂਰਜ ਨੇ ਉਸ ਊਰਜਾ ਨੂੰ ਲੈਂਦੇ ਆ, ਬ੍ਰਹਿਮੰਡੀ ਊਰਜਾ ਨੂੰ ਲੈਂਦੇ ਆ, ਅਤੇ ਇੱਕ ਖਾਸ ਸ਼ਕਲ 'ਚ ਬਣਾ ਕੇ ਉਹਨੂੰ ਵਾਪਸ ਆਲੇ ਦੁਆਲੇ ਡਿਸਟਰੀਬਿਊਟ ਕਰ ਦਿੰਦੇ ਆ, ਜਿਹਦੀ ਧੁੱਪ ਦੇ ਨਾਲ ਸਾਡੀ ਧਰਤੀ ਪਲਦੀ ਆ। ਸੂਰਜ ਤੋਂ ਬਿਨਾਂ ਸਾਡੀ ਕੋਈ ਹੋਂਦ ਹੈ? ਅਸੀਂ ਸੂਰਜ ਨਾਲ ਇੱਕ ਤਾਂ ਗ੍ਰੈਵਿਟੀ ਦੇ ਬੰਧਨ 'ਚ ਬੰਨੇ ਹੋਏ ਹਾਂ, ਉਹਦੇ ਸੂਰਜ ਦੇ ਆਲੇ ਦੁਆਲੇ ਧਰਤੀ ਘੁੰਮਦੀ ਆ, ਉੱਥੇ ਉਹਦੀਆਂ ਜਿਹੜੀਆਂ ਗ੍ਰੈਵਿਟੀਜ਼ ਦੀਆਂ ਰੇਜ਼ ਨੇ, ਗ੍ਰੈਵਿਟੀ ਦੀਆਂ ਜਿਹੜੀਆਂ ਜਿਹੜੇ ਅਦਿੱਖ ਧਾਗੇ ਨੇ, ਉਹਨਾਂ ਨੇ ਸਾਨੂੰ ਬੰਨ ਰੱਖਿਆ, ਨਹੀਂ ਤਾਂ ਧਰਤੀ ਦਾ ਬਿਖਰ ਜਾਂਦੀ ਹੈ ਉਹਨੂੰ ਕੱਦੀ। ਤਾਂ ਉਹ ਇੱਕ ਉਹਦੇ ਇਲਾਵਾ ਤੁਹਾਡੀ ਜਿਹੜੀ ਕਾਸਮਿਕ ਊਰਜਾ ਸੂਰਜ ਰਾਹੀਂ ਇੱਕ ਖਾਸ ਸ਼ਕਲ 'ਚ ਆਉਂਦੀ, ਧੁੱਪ ਦੀ ਸ਼ਕਲ 'ਚ, ਉਹ ਸਾਨੂੰ ਪਾਲਦੀ ਹੈ। ਸੂਰਜ ਸਭ ਤੋਂ ਵੱਡਾ ਸਾਡਾ ਦਿਖਣ ਵਾਲਾ ਪਰਮਾਤਮਾ ਹੈ। ਪਰਮਾਤਮਾ ਜਿਹੜਾ ਦਿਖਣ ਵਾਲਾ ਰੂਪ ਹੈ, ਸਭ ਤੋਂ ਅਗਰ ਵਿਰਾਟ ਰੂਪ ਹੈ ਤਾਂ ਕੌਣ ਹੈ ਸਾਡੇ ਵਾਸਤੇ? ਸੂਰਜ ਹੈ। ਇਸੇ ਤਰ੍ਹਾਂ ਕਰੋੜਾਂ ਕਰੋੜ ਹੋਰ ਸੂਰਜ ਨੇ, ਕੋਈ ਹੋਰ ਹਜ਼ਾਰਾਂ ਧਰਤੀਆਂ ਵੀ ਹੋਰ ਹੋਣਗੀਆਂ ਸਾਡੇ ਵਰਗੀਆਂ, ਸਾਨੂੰ ਪਤਾ ਹੀ ਨਹੀਂ ਹੈ, ਜ਼ਰੂਰ ਹੋਣਗੀਆਂ। ਫਿਰ ਉਸ ਤੋਂ ਅੱਗੇ ਥੱਲੇ ਊਰਜਾ 'ਚ ਆ ਜਾਓ। ਜਦੋਂ ਕਿਸੇ ਪਦਾਰਥ ਨਾਲ ਰਲਦੀ ਹੈ ਉਹ ਊਰਜਾ, ਉਹ ਕਾਸਮਿਕ ਊਰਜਾ, ਤਾਂ ਗ੍ਰੈਵੀਟੇਸ਼ਨਲ ਊਰਜਾ ਬਣ ਜਾਂਦੀ ਹੈ। ਉਹਨੂੰ ਅਸੀਂ ਯੂਜ਼ ਕਰ ਸਕਦੇ ਹਾਂ ਹੀਲਿੰਗ ਵਾਸਤੇ। ਮੈਗਨੇਟਿਜ਼ਮ ਬਣ ਜਾਂਦੀ ਹੈ ਉਹ, ਜਿੱਥੇ ਕਿਉਂਕਿ ਧਰਤੀ 'ਚ ਆਇਰਨ ਹੈ, ਉਹ ਮੈਗਨੇਟਿਜ਼ਮ ਦੀ ਸ਼ਕਲ ਨਾਰਥ ਸਾਊਥ ਪੋਲ ਬਣ ਜਾਂਦਾ, ਉਹਦੀ ਆਪਣੀ ਅਟਰੈਕਸ਼ਨ ਹੈ। ਫਿਰ ਉਹ ਜਿਹੜੀ ਲਾਈਟ ਦੀ ਸ਼ਕਲ 'ਚ ਆ ਜਾਂਦੀ ਹੈ, ਲਾਈਟ ਦੀ ਫਿਰ ਬਿਜਲੀ ਦੀ, ਇਲੈਕਟ੍ਰਿਸਿਟੀ ਦੀ ਸ਼ਕਲ 'ਚ ਆ ਜਾਂਦੀ ਹੈ। ਉਹ ਖਾਸ ਸਾਊਂਡ ਵੇਵਜ਼ ਨੇ, ਆਵਾਜ਼ ਧਵਨੀ ਦੀਆਂ ਵੇਵਜ਼ ਨੇ, ਉਹ ਨੇ। ਸੋ ਬੇਸਿਕਲੀ ਉਹ ਊਰਜਾ, ਜਿੰਨੀ ਵੀ ਕਿਸਮ ਦੀ ਊਰਜਾ ਹੈਗੀ ਹੈ, ਚਾਹੇ ਉਹ ਗ੍ਰੈਵੀਟੇਸ਼ਨ ਹੈ, ਚਾਹੇ ਮੈਗਨੇਟਿਜ਼ਮ ਹੈ, ਚਾਹੇ ਉਹ ਬਿਜਲੀ ਹੈ, ਚਾਹੇ ਉਹ ਧੁੱਪ ਹੈ, ਚਾਹੇ ਉਹ ਸਾਊਂਡ ਜਿਹੜੀ ਧਵਨੀ ਹੈ, ਉਹ ਸਾਰੀਆਂ ਉਸੇ ਵੱਡੀ ਊਰਜਾ ਦਾ ਹੀ ਇੱਕ ਰੂਪ ਹੈ। ਜਦੋਂ ਉਹਦਾ ਇੰਟਰੈਕਸ਼ਨ ਲੈਣ ਦੇਣ ਪਦਾਰਥ ਨਾਲ ਹੁੰਦਾ, ਜਾਂ ਇੱਥੇ ਪਦਾਰਥ ਹੈ, ਅਤੇ ਪਦਾਰਥ ਦੀਆਂ ਅਲੱਗ-ਅਲੱਗ ਸ਼ਕਲਾਂ ਨੇ, ਚਾਹੇ ਉਹ ਛੋਟਾ ਸੂਖਸ਼ਮ ਬੈਕਟੀਰੀਆ ਅਤੇ ਚਾਹੇ ਮਨੁੱਖ ਹੈ, ਉਹ ਵੀ। ਤਾਂ ਸਾਰਾ ਕੁਛ ਜਿਹੜਾ ਵਨਨੈਸ ਹੈ ਉਹਦੇ ਅੰਦਰ, ਵਨਨੈਸ ਇੱਕੋ ਹੀ ਹੈ, ਇੱਕੋ ਇਕਾਈ ਦੇ ਤੌਰ 'ਤੇ ਕੰਮ ਕਰਦਾ। ਪੂਰਾ ਜਿਹੜਾ ਕਾਸਮਿਕ ਟਰੂਥ ਹੈ, ਉਹ ਚਾਹੇ ਊਰਜਾ ਸ਼ੁੱਧ ਫਾਰਮ 'ਚ ਹੈ, ਊਰਜਾ ਦਾ ਭਰਿਆ ਹੋਇਆ ਆਕਾਸ਼ ਹੈ, ਚਾਹੇ ਉਹ ਪਦਾਰਥ ਨਾਲ ਇੰਟਰੈਕਸ਼ਨ ਕਰ ਰਹੀ ਊਰਜਾ, ਬਿਜਲੀ, ਮੈਗਨੇਟਿਜ਼ਮ, ਗ੍ਰੈਵਿਟੀ, ਇਹ ਹੈ, ਜਾਂ ਪਦਾਰਥ ਹੈ। ਇਹ ਸਾਰੇ ਫਿਰ ਇੱਕ ਦੂਜੇ ਨਾਲ ਬੰਨੇ ਹੋਏ ਆ, ਅਦਿੱਖ ਤੰਦਾਂ ਨਾਲ ਬੰਨੇ ਹੋਏ ਆ, ਅਤੇ ਇੱਕ ਇਕਾਈ ਦੇ ਤੌਰ 'ਤੇ ਪੂਰਾ ਕਾਸਮੋਸ ਕੰਮ ਕਰਦਾ। ਸੋ ਇਹ ਟਰੂਥ ਹੈ। ਇਸ ਟਰੂਥ ਦੇ ਜਿਹੜੇ ਅਲੱਗ-ਅਲੱਗ ਚੀਜ਼ਾਂ ਨੇ, ਅਸੀਂ ਉਹਦੇ 'ਚੋਂ ਅਸੀਂ ਪੈਦਾ ਹੁੰਦੇ ਹਾਂ। ਸਾਡੀ ਇੱਕ ਪਰਟੀਕੂਲਰ ਉਮਰ ਹੁੰਦੀ ਹੈ, ਉਸ ਉਮਰ ਨੂੰ ਅਸੀਂ ਭੋਗਦੇ ਹਾਂ, ਭੋਗ ਕੇ ਫਿਰ ਵਾਪਸ ਇਹਨਾਂ 'ਚ ਰਲ ਜਾਂਦੇ ਹਾਂ, ਅਤੇ ਉਸੇ ਇਹਨਾਂ ਚੀਜ਼ਾਂ ਨੂੰ ਅਸੀਂ ਹੀਲਿੰਗ ਵਾਸਤੇ ਵੀ ਯੂਜ਼ ਕਰ ਸਕਦੇ ਹਾਂ। ਬਹੁਤ ਧੰਨਵਾਦ ਡਾਕਟਰ ਸਾਹਿਬ। ਇੱਦਾਂ ਲੱਗਾ ਵੀ ਜਿਸ ਤਰ੍ਹਾਂ ਆਪਾਂ ਕੋਈ ਸਤਸੰਗ ਕਰ ਰਹੇ ਹਾਂ ਅਤੇ ਬੜਾ ਰੱਬ ਦੇ ਬਹੁਤ ਨੇੜੇ ਹੋ ਕੇ ਗੱਲਬਾਤ ਕਰ ਰਹੇ ਹੁੰਦੇ ਹਾਂ, ਕਿਉਂਕਿ ਊਰਜਾ, ਧਰਤੀ, ਆਕਾਸ਼, ਹਵਾ, ਸੂਰਜ, ਇਹ ਸਾਰਾ ਪਰਮਾਤਮਾ ਦਾ ਹੀ ਰੂਪ ਹੈ, ਪਰਮਾਤਮਾ ਦੇ ਹੀ ਕਣ ਨੇ, ਅਤੇ ਪਰਮਾਤਮਾ ਵੱਲੋਂ ਹੀ ਇਹ ਸਾਰੀ ਰਚਨਾ ਕੀਤੀ ਗਈ ਹੈ।
ਤੇ ਜਿਸ ਨੂੰ ਅਸੀਂ ਹੌਲੀ ਹੌਲੀ ਭੁੱਲਦੇ ਚਲੇ ਜਾ ਰਹੇ ਹਾਂ ਤਾਂ ਹੀ ਅਸੀਂ ਦੁੱਖ ਪਾਉਂਦੇ ਜਾ ਰਹੇ ਹਾਂ। ਇਹਨੂੰ ਜਦੋਂ ਆਪਾਂ ਸ਼ਕਤੀ ਦੇ ਰੂਪ ਦੇ ਵਿੱਚ ਕਬੂਲ ਕਰ ਲਾਂਗੇ, ਜਦੋਂ ਇਹਨਾਂ ਦੀ ਅਸੀਂ ਰਿਸਪੈਕਟ ਕਰਨੀ ਸ਼ੁਰੂ ਕਰ ਦਾਂਗੇ, ਤੇ ਜਦੋਂ ਅਸੀਂ ਇਸ ਨੂੰ ਰਿਸਪੈਕਟ ਕਰਕੇ ਇਹਨਾਂ ਨੂੰ ਹੀ એનર્ਜੀ ਦੇ ਰੂਪ ਦੇ ਵਿੱਚ ਵਰਤਣਾ ਸ਼ੁਰੂ ਕਰ ਦਾਂਗੇ, ਇਲਾਜ ਦੀ ਪੱਧਤੀ ਵਰਤਣਾ ਸ਼ੁਰੂ ਕਰ ਦਾਂਗੇ, ਤੇ ਕੋਈ ਕਾਰਨ ਨਹੀਂ ਰਹਿ ਜਾਂਦਾ ਕਿ ਸਾਡਾ ਸਰੀਰ ਬਿਮਾਰ ਹੋ ਜੇ, ਸਾਡਾ ਸਮਾਜ ਬਰਬਾਦ ਹੋ ਜੇ, ਸਾਡੇ ਅੰਦਰ ਹੰਕਾਰ ਹੋ ਜੇ, ਸਾਡੇ ਅੰਦਰ ਆਈਨੈਸ ਰਹਿ ਜੇ। ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ ਬਹੁਤ। ਸੋ ਸਨ ਡਾਕਟਰ ਅਮਰ ਸਿੰਘ ਆਜ਼ਾਦ। ਕੁਆਂਟਮ ਹੀਲਿੰਗ, ਕੁਆਂਟਮ ਕੀ ਹੈਗਾ? ਮੈਂ ਅਸੀਂ ਕਿਉਂ ਕਹਿੰਦੇ ਹਾਂ, ਅਤੇ ਮੈਂ ਕਹਿਣ ਤੋਂ ਬਾਅਦ ਸਾਡੇ ਅੰਦਰ ਕੀ ਕੀ ਤਬਦੀਲੀਆਂ ਆਉਂਦੀਆਂ ਨੇ। ਜਦੋਂ ਅਸੀਂ ਕਹਿੰਦੇ ਹਾਂ ਤਾਂ ਉਹ ਪਰਮਾਤਮਾ ਦਾ ਰੂਪ ਕਿਸ ਤਰ੍ਹਾਂ ਹੈਗਾ, ਵੀਨਸ ਕਿਸ ਤਰ੍ਹਾਂ ਪੂਰੇ ਬ੍ਰਹਿਮੰਡ ਦੇ ਵਿੱਚ ਹੈਗੀ ਹੈ, ਪੂਰੀ ਸ੍ਰਿਸ਼ਟੀ ਵੀਨਸ ਦੇ ਵਿੱਚ ਕਿਸ ਤਰ੍ਹਾਂ ਬੱਝੀ ਹੋਈ ਹੈ, ਉਹਦੇ ਪਿੱਛੇ ਦੀਆਂ ਕਿਹੜੀਆਂ ਸ਼ਕਤੀਆਂ ਨੇ, ਕਿਹੜੀਆਂ ਸ਼ਕਤੀਆਂ ਕਿਹੜੇ ਕਣਾਂ ਦੇ ਰੂਪ ਦੇ ਵਿੱਚ ਅੱਗੇ ਆ ਜਾਂਦੀਆਂ ਨੇ। ਜਿਹੜਾ ਇੱਕ ਕੋਸਮੋਸ ਤੋਂ ਲੈ ਕੇ ਇੱਕ ਸੈੱਲ ਦਾ ਮਾਈਟੋਕੌਂਡਰੀਆ, ਉਹਦੇ ਵਿੱਚ ਵੀ ਜੇਕਰ ਆਪਾਂ ਛੋਟੇ ਤੋਂ ਛੋਟਾ ਕਣ ਵੀ ਦੇਖਿਆ ਜਾਵੇ ਤਾਂ ਉਹਦੇ ਵਿੱਚ ਵੀ ਜਿਹੜਾ ਉਹ ਪਰਮਾਤਮਾ ਕਿਸ ਤਰ੍ਹਾਂ ਬਿਰਾਜਮਾਨ ਹੈ, ਅੱਜ ਡਾਕਟਰ ਅਮਰ ਸਿੰਘ ਆਜ਼ਾਦ ਨੇ ਪੂਰੀ ਤਰ੍ਹਾਂ ਕਲੀਅਰ ਕਰ ਦਿੱਤਾ ਹੈ। ਧਰਮ ਆਪਾਂ ਨੂੰ ਹੁਣ ਤੱਕ ਸਮਝਾਉਂਦਾ ਆਇਆ, ਲੇਕਿਨ ਧਰਮ ਦੇ ਨਾਲ ਡਾਕਟਰ ਅਮਰ ਸਿੰਘ ਆਜ਼ਾਦ ਨੇ ਸਾਇੰਸ ਦੇ ਨਾਲ, ਵਿਗਿਆਨ ਦੇ ਨਾਲ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅੱਜ ਕਲੀਅਰ ਕੀਤੀਆਂ ਨੇ। ਇਹ ਕਲੀਅਰ ਕਰਨ ਦਾ ਮਕਸਦ ਇਹ ਸੀਗਾ ਕਿ ਤੁਹਾਨੂੰ ਇਹ ਪੂਰੀਆਂ, ਜਦੋਂ ਇਹ ਸਾਰੀਆਂ ਚੀਜ਼ਾਂ ਕਲੀਅਰ ਹੋਣਗੀਆਂ ਤਾਂ ਜਾ ਕੇ ਅਸੀਂ ਇਹ ਸਮਝਾਂਗੇ ਕਿ ਸੂਰਜ ਦੀ એનર્ਜੀ ਸਾਨੂੰ ਇਲਾਜ ਕਿਸ ਤਰ੍ਹਾਂ ਕਰ ਸਕਦੀ ਹੈ, ਧਰਤੀ ਸਾਡੇ ਲਈ ਕਿਸ ਤਰ੍ਹਾਂ ਵਰਤੋਂ 'ਚ ਲਿਆ ਸਕਦੇ ਹਾਂ, ਅਸੀਂ ਧਰਤੀ ਦੀ ਊਰਜਾ ਨੂੰ, ਹਵਾ ਨੂੰ ਕਿਸ ਤਰ੍ਹਾਂ ਇਲਾਜ ਦੀ ਪੱਧਤੀ ਵਰਤ ਸਕਦੇ ਹਾਂ। ਇਹ ਸਾਰੀਆਂ ਚੀਜ਼ਾਂ ਤੁਹਾਨੂੰ ਤਾਂ ਹੀ ਸਮਝਾਉਣਗੀਆਂ। ਉਮੀਦ ਕਰਦੇ ਹਾਂ ਕਿ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਵੇਗੀ। ਜੇ ਪਸੰਦ ਆਈ ਹੈ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਕਿਉਂਕਿ ਆਪਣਾ ਡਾਕਟਰ ਆਪ ਬਣੋ ਦੇ ਵਿੱਚ ਇਹ ਬਹੁਤ ਜ਼ਰੂਰੀ ਹੈ ਕਿ ਇਹ ਜਿਹੜੇ ਲੋਕ ਇਹਨਾਂ ਚੀਜ਼ਾਂ ਦੇ ਇੱਛੁਕ ਨੇ ਉਹਨਾਂ ਤੱਕ ਇਹ ਚੀਜ਼ਾਂ ਪਹੁੰਚਣ, ਅਤੇ ਤਾਂ ਕਿ ਬਿਨਾਂ ਦਵਾਈਆਂ ਤੋਂ ਜੇਕਰ ਇਲਾਜ ਕਰਨ ਦਾ ਕੋਈ ਇੱਛੁਕ ਹੈਗਾ ਤਾਂ ਇਹ ਇੱਕ ਬਹੁਤ ਵੱਡਾ ਜਿਹੜਾ ਮੈਥਡ ਜਿਹੜਾ ਉਹ ਨਿਕਲ ਕੇ ਸਾਹਮਣੇ ਆਏਗਾ। ਅਤੇ ਅੱਗੇ ਜਿਉਂ ਅਸੀਂ ਗੱਲਾਂ ਕਰਦੇ ਜਾਵਾਂਗੇ, ਜੇ ਇਹ ਐਪੀਸੋਡ ਉਹਨਾਂ ਦੇ ਸਮਝ 'ਚ ਆਏਗਾ ਤਾਂ ਹੀ ਜਿਹੜਾ ਅੱਗੇ ਦੀਆਂ ਗੱਲਾਂ ਜਿਹੜੀਆਂ ਉਹ ਸਮਝ ਆ ਪਾਉਣਗੀਆਂ। ਅਤੇ ਜੇਕਰ ਇਹ ਤੁਸੀਂ ਸ਼ੇਅਰ ਕਰਦੇ ਹੋ ਅਤੇ ਸਾਰਿਆਂ ਦੇ ਵਿੱਚ ਇਹ ਗੱਲ ਪਹੁੰਚਦੀ ਹੈ, ਨਾ ਸਿਰਫ ਸਮਾਜ ਤੰਦਰੁਸਤ ਹੋਏਗਾ ਬਲਕਿ ਡਾਕਟਰ ਬਣਨ ਦੇ, ਆਪਣਾ ਡਾਕਟਰ ਆਪ ਬਣਨ ਦੇ ਇੱਛੁਕ ਲੋਕਾਂ ਦੇ ਵਿੱਚ ਵੀ ਇਹ ਸਾਰੀ ਜਾਗਰੂਕਤਾ ਹੋਏਗੀ। ਜੇ ਅਜਿਹਾ ਹੁੰਦਾ ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਕਾਮਯਾਬ ਰਿਹਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।